ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਗੁਰਤਾਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਸਤ ਸੰਗਤ ਦੀਆਂ ਅਨਮੋਲ ਘੜੀਆਂ ਦਾ ਲਾਭ ਉਠਾ ਰਹੇ ਹੋ। ਇਹ ਬਹੁਤ ਉੱਚੀ ਸੰਗਤ ਹੈ ਗੁਰਮੁਖੋ। ਜਿੱਥੇ ਤੁਸੀਂ ਬੈਠੇ ਹੋ ਇਸ ਸੰਗਤ ਵਰਗਾ ਕਿਤੇ ਹੋਰ ਆਨੰਦ ਨਹੀਂ ਬਣ ਸਕਦਾ। ਜੋ ਜੀਵਨ ਵਿੱਚ ਕਰਮਾਂ ਵਿੱਚ ਇੱਥੇ ਬਦਲਾਅ ਆ ਸਕਦਾ ਹੈ, ਤਬਦੀਲੀ ਆ ਸਕਦੀ ਹੈ, ਹੋਰ ਕਿਤੇ ਨਹੀਂ। ਸਤਸੰਗਤ ਜੈਸੀ ਕੋਈ ਹੋਰ ਥਾਂ ਹੈ ਨਹੀਂ। ਗੁਰੂ ਜੀ ਨੇ ਅਗਰ ਧਰਤੀ ਦੇ ਉੱਤੇ ਕਿਸੇ ਬੈਕੁੰਠ ਦਾ ਜ਼ਿਕਰ ਕੀਤਾ ਹੈ ਤੇ ਉਹ ਸਾਧ ਸੰਗਤ ਨੂੰ ਆਖਿਆ, ਮਹਾਰਾਜ ਕਹਿੰਦੇ ਬੈਕੁੰਠ ਨਗਰ ਜਹਾਂ ਸੰਤ ਵਾਸਾ। ਉਹ ਬੈਕੁੰਠ ਹੋ ਜਾਂਦੀ ਉਹ ਥਾਂ, ਉਹ ਨਗਰ ਜਿੱਥੇ ਗੁਰਮੁਖ ਗੁਰਸਿੱਖ ਸਤਸੰਗੀ ਜਨ ਬੈਠ ਕੇ ਗੁਰੂ ਗੁਰੂ ਜਪਦੇ, ਗੁਰੂ ਦੀ ਬਾਤ ਪਾਉਂਦੇ ਹਨ। ਤਾਂ ਆਪ ਜੀ ਇਸ ਗੱਲ ਨੂੰ ਯਕੀਨ ਕਰਕੇ ਜਾਣੋ ਕਿ ਜਿੱਥੇ ਤੁਸੀਂ ਹਾਜ਼ਰੀ ਲਵਾ ਰਹੇ ਹੋ ਇਹ ਕੋਈ ਚੰਗਾ ਹੀ ਕਰਮ ਹੈ ਤੁਹਾਡਾ, ਆਪਣਾ ਸਾਰਿਆਂ ਦਾ, ਜੋ ਸਾਨੂੰ ਗੁਰੂ ਸਾਹਿਬ ਆਪਣੇ ਕੋਲ ਬਿਠਾ ਰਹੇ ਹਨ, ਆਪਣੇ ਕੋਲ ਬਿਠਾ ਕੇ ਆਪਣੀ ਪਾਵਨ ਪਵਿੱਤਰ ਗੁਰਬਾਣੀ ਦੀ ਸਮਝ ਬਖਸ਼ ਰਹੇ ਨੇ। ਸੋ ਇਸ ਲਈ ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਗੌਰਵ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣਿਆ ਕਰੋ। ਲੜੀਵਾਰ ਕਥਾ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 202 ਦੇ ਉੱਤੇ। ਅੱਜ ਦੀ ਵਿਚਾਰ ਹੈ ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਦਾ ਨਾਮ ਹੈ। ਮਹੱਲਾ ਪੰਜਵਾਂ ਤੋਂ ਭਾਵ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਹੋਈ ਇਹ ਬਾਣੀ ਹੈ। ਸਿਮਰ 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 ਸੁਖ ਪਾਇਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਵਾਹਿਗੁਰੂ ਜੀ ਦੇ ਸਿਮਰਨ ਦੀ ਵਡਿਆਈ ਦੱਸ ਰਹੇ ਨੇ। ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਜੀ ਹਮੇਸ਼ਾ ਹੀ ਅੰਦਰੋਂ ਸ਼ਾਂਤ ਰਹਿੰਦੇ ਹੋ, ਆਪ ਜੀ ਹਮੇਸ਼ਾ ਹੀ ਬੜੇ ਸੁੱਖ ਵਿੱਚ ਰਹਿੰਦੇ ਹੋ, ਤੇ ਇਹ ਸੁੱਖ ਮਿਲਦਾ ਕਿਵੇਂ ਹੈ ਜਿਸ ਸੁੱਖ ਦੀ ਗੱਲ ਤੁਸੀਂ ਦੱਸਦੇ ਹੋ? ਗੁਰੂ ਜੀ ਕਹਿੰਦੇ ਸਿਮਰ 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 ਸੁਖ ਪਾਇਆ। 3 ਵਾਰੀ ਸਿਮਰ 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 ਸ਼ਬਦ ਵਰਤਿਆ, ਜਿਹਦਾ ਮਤਲਬ ਹੈ ਮਨ ਕਰਕੇ ਵੀ ਜਪਣਾ ਔਰ ਰਸਨਾ ਕਰਕੇ ਵੀ ਜਪਣਾ, ਜ਼ੁਬਾਨ ਨਾਲ ਵੀ। ਮਨ ਬਾਚ ਕਰਮ, ਕਰਮਾਂ ਕਰਕੇ ਵੀ ਪਰਮੇਸ਼ਰ ਵਾਹਿਗੁਰੂ ਦਾ ਨਾਮ। ਤਿੰਨੇ ਤਰੀਕੇ ਹੀ, ਜਾਂ ਇਉਂ ਕਹਿ ਲਓ ਸਿਮਰ, ਹੁਣ ਸਿਮਰ, ਸਿਮਰ ਜਿਹਦਾ ਨਾਮ ਪਹਿਲਾਂ ਸਿਮਰਿਆ ਗਿਆ ਸੀ। ਸਿਮਰ ਜੋ ਸਿਮਰਨੇ ਯੋਗ ਹੈ, ਅੱਗੇ ਨੂੰ ਵੀ ਸਿਮਰਨ ਯੋਗ ਹੈ। ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰ। ਹੈ ਭਾਈ ਗੁਰਸਿੱਖੋ, ਤੁਸੀਂ ਸਿਮਰੋ, ਯਾਦ ਕਰੋ। ਸੁਖ ਪਾਇਆ। ਜਿਨ੍ਹਾਂ ਨੇ ਵੀ ਸਿਮਰਿਆ ਹੈ, ਜਿਹੜੇ ਵੀ ਸਿਮਰਨਗੇ ਜਾਂ ਜਿਹੜੇ ਵੀ ਸਿਮਰ ਰਹੇ ਹਨ, ਉਹਨਾਂ ਨੇ ਸੁਖ ਹੀ ਪਾਇਆ ਹੈ। ਸਿਮਰਨ ਵਿੱਚੋਂ, ਵਾਹਿਗੁਰੂ ਦੇ ਨਾਮ ਵਿੱਚੋਂ ਕਦੇ ਵੀ ਦੁੱਖ ਨਹੀਂ ਮਿਲਦਾ। ਇਉਂ ਗੁਰੂ ਜੀ ਕਹਿ ਰਹੇ ਨੇ, ਚਰਨ ਕਮਲ ਗੁਰ ਹਿਰਦੈ ਵਸਾਇਆ। ਜਿਹੜੇ ਗੁਰਮੁਖਾਂ ਨੇ
ਗੁਰੂ ਦੇ ਚਰਨੀ ਲੱਗ ਕੇ ਸਤਿਗੁਰੂ ਦਾਤਾ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਤੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਗੁਰੂ ਦੇ ਚਰਨ, ਗੁਰੂ ਦਾ ਸ਼ਬਦ, ਗੁਰਬਾਣੀ, ਜਿਸ ਗੁਰਸਿੱਖ ਨੇ ਗੁਰੂ ਦੀ ਗੁਰਬਾਣੀ ਦਾ ਟੇਕ, ਭਰੋਸਾ, ਆਸਰਾ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਸ ਗੁਰਸਿੱਖ ਨੇ ਮਨ ਨੂੰ ਸੁਖ ਹੀ ਪਾਇਆ ਹੈ। ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਗੁਰੂ ਹੀ ਗੋਬਿੰਦ ਰੂਪ ਹੈ, ਗੁਰੂ ਹੀ ਪਰਮੇਸ਼ਵਰ ਦਾ ਰੂਪ ਹੈ। ਜਿਤਨਾ ਸਮਾਂ ਜੀਵ ਦੀ ਦ੍ਰਿਸ਼ਟੀ ਨਹੀਂ ਖੁੱਲ੍ਹਦੀ, ਉਤਨਾ ਸਮਾਂ ਉਹਨੂੰ ਦੋ ਲੱਗਦੇ ਆ, ਪਰ ਜਿਸ ਵੇਲੇ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਫਿਰ ਉਸ ਵੇਲੇ ਉਹਨੂੰ ਸਮਝ ਪੈਂਦੀ ਹੈ ਕਿ ਉਹੀ ਤਾਂ ਹੈ, ਪਰਮਾਤਮਾ ਹੀ ਤਾਂ ਗੁਰੂ ਬਣ ਕੇ ਆਇਆ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਨਾਇਆ। ਸਤਿਗੁਰੂ ਹੀ ਪਰਮੇਸ਼ਰ ਰੂਪ ਹੈ। ਜਿਵੇਂ ਇਤਿਹਾਸ ਵਿੱਚ ਇੱਕ ਬਹੁਤ ਸੋਹਣੀ ਸਾਖੀ ਆਉਂਦੀ ਹੈ, ਉਹ ਇੱਥੇ ਪ੍ਰਮਾਣ ਰੂਪ ਵਿੱਚ ਆਪਾਂ ਵਰਤੀ ਤੇ ਗੱਲ ਬੜੇ ਸੌਖੇ ਤਰੀਕੇ ਸਮਝ ਆ ਜਾਏਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਟਨਾ ਸਾਹਿਬ ਦੀ ਧਰਤੀ ਤੋਂ ਵਾਪਸ ਪੰਜਾਬ ਨੂੰ ਆ ਰਹੇ ਨੇ, ਰਸਤੇ ਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਇੱਕ ਮੁਸਲਮਾਨ ਫਕੀਰ ਮਿਲਦਾ ਹੈ। ਇਹ ਉਹੀ ਫਕੀਰ ਹੈ ਜਿਹੜਾ ਕਦੇ ਪਟਨੇ ਦੀ ਧਰਤੀ ਤੇ ਦਰਸ਼ਨ ਕਰਨ ਗਿਆ ਸੀ, ਜਿਹਨੂੰ ਸ਼ਾਹ ਭੀਖ ਜਾਂ ਭੀਖਮ ਸ਼ਾਹ ਫਕੀਰ ਕਰਕੇ ਇਤਿਹਾਸ ਦੇ ਗ੍ਰੰਥਾਂ ਵਿੱਚ ਲਿਖਿਆ। ਇਹ ਭੀਖਮ ਸ਼ਾਹ ਦੁਬਾਰਾ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ। ਇਹ ਆਇਆ ਲਖਨੌਰ ਦੀ ਧਰਤੀ, ਅੰਬਾਲੇ ਦੇ ਲਾਗੇ ਲਖਨੌਰ ਪਿੰਡ ਪੈਂਦਾ ਹੈ। ਇਹ ਲਖਨੌਰ ਪਿੰਡ ਦਾ ਸੰਬੰਧ ਮਾਤਾ ਗੁਜਰੀ ਜੀ ਦੇ ਪਿਛੋਕੜ ਨਾਲ ਜੁੜਦਾ ਹੈ। ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਧੰਨ ਮਾਤਾ ਗੁਜਰੀ ਜੀ ਨਾਲ ਹੋਇਆ, ਉਸ ਵੇਲੇ ਕਰਤਾਰਪੁਰ ਦੀ ਧਰਤੀ ਜੋ ਜਲੰਧਰ ਦੇ ਲਾਗੇ ਆ, ਫਗਵਾੜੇ ਤੋਂ ਜਾਈਏ ਜਲੰਧਰ ਨੂੰ, ਉੱਥੇ ਕਰਤਾਰਪੁਰ ਆ। ਦੋ ਕਰਤਾਰਪੁਰ ਹਨ, ਇੱਕ ਤੇ ਪਾਕਿਸਤਾਨ ਵਿੱਚ ਹੈ ਕਰਤਾਰਪੁਰ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਿਸ ਨਗਰ ਨੂੰ ਵਸਾਇਆ ਸੀ ਔਰ ਜਿਸ ਨਗਰ ਦੀ ਖੇਤੀ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤੀ ਸੀ। ਇੱਕ ਤਾਂ ਉਹ ਹੈ। ਇੱਕ ਕਰਤਾਰਪੁਰ ਇੱਧਰਲੇ ਪੰਜਾਬ ਵਿੱਚ ਹੁਣ ਵੀ ਹੈ। ਉਹ ਕਰਤਾਰਪੁਰ ਗੁਰੂ ਅਰਜਨ ਦੇਵ ਮਹਾਰਾਜ ਨਾਲ ਉਸ ਦਾ ਇਤਿਹਾਸਕ ਸੰਬੰਧ ਹੈ। ਤੇ ਫਿਰ ਗੁਰੂ ਛੇਵੇਂ ਪਾਤਸ਼ਾਹ ਵੀ ਉੱਥੇ ਰਹਿੰਦੇ ਰਹੇ ਤੇ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੀ ਬਰਾਤ ਵੀ ਉੱਥੇ ਹੀ ਗਈ ਸੀ। ਮਾਤਾ ਗੁਜਰੀ ਜੀ ਨੂੰ ਵਿਆਹਣ ਗੁਰੂ ਤੇਗ ਬਹਾਦਰ ਮਹਾਰਾਜ ਉੱਥੇ ਹੀ ਗਏ ਸਨ। ਤੇ ਬਾਬਾ ਗੁਰਦਿੱਤਾ ਜੀ ਵੀ ਉਸੇ ਹੀ ਜਗ੍ਹਾ, ਜਿਹੜੀ ਉਹ ਕਹਿ ਲਓ ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ, ਉਹਨਾਂ ਦਾ ਨਾਨਕਾ ਪਿੰਡ ਵੀ ਕਰਤਾਰਪੁਰ ਹੀ ਹੈ। ਤੇ ਮਾਤਾ ਗੁਜਰੀ ਜੀ ਦਾ ਕਰਤਾਰਪੁਰ ਨਾਲ ਸੰਬੰਧ ਔਰ ਪਿਛੋਕੜ ਇਤਿਹਾਸਕ ਤੌਰ ਤੇ, ਜਿਵੇਂ ਪਰਿਵਾਰਾਂ ਦੇ ਕਈ ਬੰਦਿਆਂ ਦਾ ਇੱਕ ਪਿੰਡ ਪਿਛੋਕੜ ਹੋਰ ਹੁੰਦਾ ਹੈ, ਆ ਕੇ ਕਿਤੇ ਹੋਰ ਵਸ ਜਾਂਦੇ ਆ, ਏਦਾਂ ਮਾਤਾ ਗੁਜਰੀ ਜੀ ਦਾ ਲਖਨੌਰ ਨਾਲ ਵੀ ਸੰਬੰਧ ਹੈ। ਇਸ ਲਈ ਗੁਰੂ ਕੇ ਨਾਨਕੇ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ। ਜਦੋਂ ਗੁਰੂ ਕਲਗੀਧਰ ਮਹਾਰਾਜ ਇੱਥੇ ਆਇਆ ਪੰਜਾਬ ਨੂੰ, ਤੇ ਰਸਤੇ ਵਿੱਚ ਲਖਨੌਰ ਵਾਲੀ ਪਾਵਨ ਧਰਤੀ ਤੇ ਬਾਜਾਂ ਵਾਲੇ ਪਾਤਸ਼ਾਹ ਕਲਗੀਧਰ ਮਹਾਰਾਜ ਨੂੰ ਉਹ ਮੁਸਲਮਾਨ ਫਕੀਰ ਭੀਖਮ ਸ਼ਾਹ ਦੂਜੀ ਵਾਰ ਫਿਰ ਮਿਲਿਆ। ਜਦ ਦੂਜੀ ਵਾਰ ਮਿਲਿਆ ਤੇ ਉਹਨੇ ਗੁਰੂ ਕਲਗੀਧਰ ਮਹਾਰਾਜ ਨੂੰ ਪਹਿਲਾਂ ਆਪਣੀ ਗੋਦ ਵਿੱਚ ਚੁੱਕ ਲਿਆ। ਥੋੜਾ ਸਮਾਂ ਉਹਨਾਂ ਨੂੰ ਬਚਨ ਵਿਲਾਸ ਕਰਦਾ ਰਿਹਾ, ਕੁਝ ਪੁੱਛਦਾ ਰਿਹਾ ਸਾਈਡ ਜੇ ਨੂੰ ਹੋ ਕੇ। ਤੇ ਜਦੋਂ ਗੁਰੂ ਕਲਗੀਧਰ ਮਹਾਰਾਜ ਚਲੇ ਗਏ ਉਤਰ ਕੇ ਗੋਦ ਵਿੱਚੋਂ, ਉਹਨੇ ਉਹਨਾਂ ਨੂੰ ਮੱਥਾ ਟੇਕਿਆ। ਉਹਨਾਂ ਦੇ ਜਾਣ ਤੋਂ ਬਾਅਦ ਜਿੱਥੇ ਉਹ ਖੜੇ ਸਨ, ਉਹ ਮਿੱਟੀ ਨੂੰ ਚੁੱਕ ਕੇ ਆਪਣੇ ਮੱਥੇ ਨੂੰ ਲਾਇਆ ਉਸ ਮੁਸਲਮਾਨ ਫਕੀਰ ਨੇ। ਭੀਖਮ ਸ਼ਾਹ ਦੇ ਨਾਲ ਕੁਝ ਬੰਦੇ ਹੋਰ ਵੀ ਸਨ, ਉਹਨਾਂ ਵਿੱਚੋਂ ਇੱਕ ਪੀਰ ਸੀ, ਉਹ ਵੀ ਮੁਸਲਮਾਨ ਘਰਾਣੇ ਨਾਲ ਸੰਬੰਧ ਰੱਖਦਾ ਸੀ।
ਉਸ ਮੁਸਲਮਾਨ ਫਕੀਰ ਨੇ ਭੀਖਮ ਸ਼ਾਹ ਨੂੰ ਇਹ ਗੱਲ ਆਖੀ ਕਿ ਤਾਂ ਥੋੜਾ ਜ਼ਿਆਦਾ ਹੀ ਤੁਸੀਂ ਕਰੀ ਜਾਂਦੇ ਹੋ। ਇੱਕ ਛੋਟੀ ਜਿਹੀ ਉਮਰ ਦੇ ਬੱਚੇ ਨਾਲ, ਗੈਰ ਧਰਮ ਦੇ ਬੰਦੇ ਨਾਲ, ਜੋ ਇਸਲਾਮ ਨੂੰ ਵੀ ਨਹੀਂ ਮੰਨਣ ਵਾਲੇ, ਉਹਨਾਂ ਨਾਲ ਤੁਸੀਂ ਇੰਨਾ ਪਿਆਰ ਤੇ ਪਿਆਰ ਰਿਹਾ, ਤੁਸੀਂ ਉਹਨਾਂ ਉੱਤੇ ਸ਼ਰਧਾ ਰੱਖਣ ਲੱਗ ਪਏ, ਅਕੀਦਾ ਤੁਹਾਡਾ ਉਹਨਾਂ ਤੇ ਬਣ ਗਿਆ, ਤੁਸੀਂ ਉਹਨਾਂ ਨੂੰ ਸਿਜਦਾ ਕਰਨ ਲੱਗ ਪਏ। ਮੁਸਲਮਾਨ ਸਿਵਾਏ ਖੁਦਾ ਦੇ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ, ਤੇ ਤੁਸੀਂ ਇੱਕ ਮੁਸਲਮਾਨ ਹੋ ਕੇ ਇਹਨਾਂ ਨੂੰ ਆਪਣੇ ਪੈਗੰਬਰਾਂ ਨਾਲੋਂ ਵੀ ਵੱਧ ਸਤਿਕਾਰ ਦਿੰਦੇ ਹੋ ਤੇ ਮੱਥਾ ਟੇਕਦੇ ਹੋ। ਇਹ ਕਿਉਂ ਕੀਤਾ? ਉਸ ਵੇਲੇ ਭੀਖਮ ਸ਼ਾਹ ਨੇ ਗੱਲ ਆਖੀ ਸੀ, ਤੈਨੂੰ ਸਮਝ ਨਹੀਂ ਇਸ ਗੱਲ ਦੀ, ਤੈਨੂੰ ਇਹਨਾਂ ਦਾ ਆ ਛੋਟਾ ਜਿਹਾ ਸਰੀਰ ਦਿਸਦਾ ਹੈ ਬਚਪਨ ਵਾਲਾ, ਪਰ ਜੋ ਚੀਜ਼ ਮੈਂ ਵੇਖ ਰਿਹਾ ਉਹ ਤੈਨੂੰ ਨਜ਼ਰ ਨਹੀਂ ਆ ਰਹੀ। ਉਹ ਕਹਿੰਦਾ ਤੁਸੀਂ ਕੀ ਦੇਖਦੇ ਹੋ? ਉਹਨੇ ਦੱਸਿਆ, ਮੈਂ ਇਹ ਵੇਖਦਾ ਹਾਂ ਜਿਸ ਵੇਲੇ ਇੱਥੇ ਮੈਂ ਵੇਖਾਂ, ਇੱਥੇ ਤਾਂ ਇਸ ਰੂਪ ਵਿੱਚ ਦਿਸਦੇ ਆ, ਪਰ ਜਿਸ ਵੇਲੇ ਅੰਮ੍ਰਿਤ ਵੇਲੇ ਸਮਾਧੀਆਂ ਲਾ ਕੇ ਅਸੀਂ ਸੱਚਖੰਡ ਰੱਬ ਦੇ ਦਰਬਾਰ 'ਚ ਜਾਂਦੇ ਹਾਂ, ਉੱਥੇ ਦਾ ਦਰਵਾਜ਼ਾ ਖੁੱਲਦਾ ਹੈ। ਸੱਚਖੰਡ ਦੇ ਤਖਤ ਦੇ ਉੱਤੇ ਜਿਸ ਪਰਮਾਤਮਾ ਵਾਹਿਗੁਰੂ ਦੇ ਅਸੀਂ ਦਰਸ਼ਨ ਕਰਦੇ ਹਾਂ, ਉਹ ਵੀ ਇਹੀ ਨੇ, ਉੱਥੇ ਵੀ ਇਹੀ ਬੈਠੇ ਹੁੰਦੇ ਆ। ਇਸ ਲਈ ਜਿਹਨੂੰ ਅਸੀਂ ਅੱਲਾਹ ਪਾਕ ਕਹਿੰਦੇ ਹਾਂ, ਜਿਸ ਖੁਦਾ ਦਾ ਅਸੀਂ ਤਸੱਬਰ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ, ਉਹ ਖੁਦਾ ਇਹੀ ਹੈ, ਰੂਪ ਧਾਰ ਕੇ ਆਇਆ, ਲੋਕਾਂ ਦੇ ਭਲੇ ਲਈ ਆਇਆ। ਤਾਂ ਇਸ ਤਰ੍ਹਾਂ ਜਿਹਨੂੰ ਸਮਝ ਲੱਗ ਗਈ, ਫਿਰ ਉਹ ਇਹ ਗੱਲ ਕਹਿ ਉੱਠਦਾ ਹੈ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ। ਮੇਰਾ ਗੁਰੂ ਗੋਬਿੰਦ ਦਾ ਰੂਪ ਹੈ, ਪਰਮੇਸ਼ਵਰ ਦਾ ਰੂਪ ਹੈ, ਪਾਰ ਬ੍ਰਹਮ ਪੂਰਾ, ਪਾਰ ਬ੍ਰਹਮ ਪਰਮੇਸ਼ਵਰ ਦਾ ਹੀ ਸਰੂਪ ਹੈ, ਪੂਰਾ ਹੈ ਮੇਰਾ ਗੁਰੂ, ਅਧੂਰਾ ਨਹੀਂ ਹੈ। ਤੇ ਪੂਰਾ ਗੁਰੂ ਜੋ ਚਾਹੇ ਕਰ ਸਕਦਾ ਹੈ, ਸਭ ਕੁਝ ਉਹਦੇ ਹੱਥ ਹੈ, ਉਹਦੇ ਵੱਸ ਹੈ, ਕਿਸੇ ਚੀਜ਼ ਦੀ ਕਮੀ ਥੋੜ੍ਹਾ ਹੈ। ਗੁਰੂ ਦੇ ਚਰਨੀ ਲੱਗ ਕੇ ਹੀ ਸਭ ਫਲ ਮਿਲਦੇ ਆ। ਤੇ ਸੈ ਅਰਾਧ ਮੇਰਾ ਮਨ ਧੀਰਾ, ਉਸ ਗੁਰੂ ਪਰਮੇਸ਼ਰ ਦੀ ਅਰਾਧਨਾ ਕਰਕੇ ਮੇਰੇ ਮਨ ਨੂੰ ਧੀਰਜ ਮਿਲਦਾ ਹੈ, ਧੀਰਜ ਮਿਲਣਾ ਚਾਹੀਦਾ। ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਹੁੰਦੀ ਹੈ। ਕੈਥਲ ਤੋਂ ਅੱਗੇ ਇੱਕ ਪਿੰਡ ਪੈਂਦਾ ਹੈ, ਪਿੰਡ ਦਾ ਨਾਮ ਹੈ ਬਾਰਨਾ। ਬਾਰਨੇ ਪਿੰਡ ਗੁਰੂ ਤੇਗ ਬਹਾਦਰ ਮਹਾਰਾਜ ਗਏ। ਉੱਥੇ ਪਿੰਡ ਵਿੱਚ ਇੱਕੋ ਹੀ ਘਰ ਸੀ ਸਿੱਖਾਂ ਦਾ। ਉਹ ਬੰਦਾ ਜ਼ਿਮੀਂਦਾਰ ਸੀ, ਕਿਸਾਨ ਸੀ, ਖੇਤੀ ਫਸਲ ਕਰਦਾ ਸੀ। ਪਹਿਲੇ ਸਮਿਆਂ ਵਿੱਚ ਜਿਹੜੀ ਜ਼ਮੀਨ ਹੁੰਦੀ ਸੀ, ਉਹ ਲੋਕਾਂ ਦੀ ਆਪਣੀ ਮਲਕੀਅਤ ਨਹੀਂ ਸੀ ਹੁੰਦੀ, ਆਪਣੀ ਮਾਲਕੀ ਨਹੀਂ ਸੀ ਹੋਇਆ ਕਰਦੀ। ਸਾਰੀ ਜ਼ਮੀਨ ਰਾਜੇ ਦੀ ਹੁੰਦੀ ਸੀ, ਤੇ ਰਾਜਾ ਅੱਗੇ ਲੋਕਾਂ ਨੂੰ ਹਾਲੇ ਦੇ ਉੱਤੇ, ਹਿੱਸੇ ਦੇ ਉੱਤੇ ਦਿਆ ਕਰਦਾ ਸੀ, ਜਿਹਦੇ ਵਿੱਚੋਂ ਲੋਕਾਂ ਨੇ ਕੁਝ ਨਾ ਕੁਝ ਹਿੱਸਾ ਦੇਣਾ ਹੁੰਦਾ ਸੀ। ਜੋ ਗੁਰੂ ਜੀ ਕਹਿ ਰਹੇ ਨਾ, ਤਿਸੈ ਅਰਾਧ ਮੇਰਾ ਮਨ ਧੀਰਾ, ਉਸ ਗੁਰੂ ਨੂੰ ਅਰਾਧਿਆ ਕਰ। ਤੇਰੇ ਕਹਿੰਦੇ ਮੈਂ ਤਾਂ ਉਹਦਾ ਅਰਾਧਨ ਕਰਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਮਨ ਨੂੰ ਧੀਰਜ ਮਿਲਦਾ, ਸ਼ਾਂਤੀ ਮਿਲਦੀ ਹੈ। ਤੂੰ ਵੀ ਉਸ ਗੁਰੂ ਦਾ ਅਰਾਧਨ ਕਰ ਲੈ ਗੁਰਮੁਖਾ, ਤੇਰੇ ਮਨ ਨੂੰ ਵੀ ਧੀਰਜ ਮਿਲੇਗਾ, ਸ਼ਾਂਤੀ ਮਿਲੇਗੀ, ਮਨ ਤੇਰਾ ਟਿਕੇਗਾ, ਤੇਰੇ ਮਨ ਨੂੰ ਸਕੂਨ ਮਿਲੇਗਾ। ਜਿਹੜਾ ਤੜਫਦਾ ਪਿਆ ਨਾ, ਉਹਦੀ ਤੜਫੜਾਹਟ ਮੁੱਕ ਜਾਏਗੀ। ਗੁਰੂ ਸਰਬ ਕਲਾ ਸਮਰੱਥ ਹੈ। ਮੈਂ ਗੱਲ ਕਰ ਰਿਹਾ ਸੀ ਬਾਰਨੇ ਪਿੰਡ ਦੀ, ਕੈਥਲ ਦੇ ਲਾਗੇ। ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਗਏ। ਜਾਂਦਿਆਂ ਜਾਂਦਿਆਂ ਮਾਲਵੇ ਦਾ ਰਟਨ ਜਦੋਂ ਕਰ ਰਹੇ ਸਨ, ਉੱਥੇ ਇੱਕ ਬੰਦਾ ਮਿਲਿਆ। ਉਹਨੂੰ ਪੁੱਛਿਆ, ਭਾਈ ਇੱਥੇ ਕਿਸੇ ਸਿੱਖ ਦਾ ਘਰ ਹੈ? ਉਹਨੇ ਆਖਿਆ, ਜੀ ਹਾਂ, ਇੱਥੇ ਇੱਕ ਸਿੱਖ ਰਹਿੰਦਾ ਤੇ ਹੈ। ਉਹ ਸਿੱਖ ਨੂੰ ਬੁਲਾਇਆ। ਜਦੋਂ ਉਹਨੇ ਦਰਸ਼ਨ ਕੀਤੇ, ਦਰਸ਼ਨ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਜੀ ਮੇਰੇ ਘਰ ਉਤਰੋ, ਆਪ ਜੀ ਆਓ, ਟਿਕਾਣਾ ਕਰੋ। ਗੁਰੂ ਮਹਾਰਾਜ ਜੀ ਜਦੋਂ ਟਿਕਾਣਾ ਕਰ ਰਹੇ ਸਨ, ਉਸ ਵੇਲੇ ਉਹਨੂੰ ਇੱਕ ਸੁਨੇਹਾ ਆ ਗਿਆ ਕਿ ਰਾਜੇ ਦੇ ਵੱਲੋਂ, ਸੂਬੇਦਾਰ ਦੇ ਵੱਲੋਂ ਭੇਜਿਆ ਹੋਇਆ ਜੋ ਪਟਵਾਰੀ ਹੈ,
ਉਹ ਜ਼ਮੀਨ ਦੀ ਮਿਣਤੀ ਕਰਿਆ ਕਰਦੇ ਸਨ। ਪਹਿਲਾਂ ਜਰੀਬ ਦੇ ਨਾਲ ਜੇਵਰੀ ਇੱਕ ਰੱਸੀ ਜੀ ਹੁੰਦੀ ਉਹਨਾਂ ਕੋਲ, ਉਹਦੇ ਨਾਲ, ਤੇ ਉਹ ਰੱਸੀ ਨਾਲ ਜ਼ਮੀਨ ਨੂੰ ਮਿਣ ਕੇ ਜਿੰਨੀ ਤੇਰੀ ਫਸਲ ਹੈ, ਜਿੰਨੀ ਤੇਰੀ ਜ਼ਮੀਨ ਹੈ, ਉਨੀ ਜ਼ਮੀਨ ਦੇ ਹਿਸਾਬ ਨਾਲ ਉਹ ਹਾਲਾ ਪਾ ਜਾਇਆ ਕਰਦੇ ਵੀ ਤੇਰੇ ਕੋਲ ਇੰਨੀ ਜ਼ਮੀਨ ਹੈ ਤੇ ਇੰਨਾ ਇਹਦਾ ਹਿੱਸਾ ਤੂੰ ਰਾਜੇ ਨੂੰ ਭਰਨਾ। ਇਹਨੂੰ ਜਦੋਂ ਸੁਨੇਹਾ ਮਿਲ ਗਿਆ, ਇੱਧਰੋਂ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਗੁਰੂ ਜੀ ਨੂੰ ਕਹਿੰਦਾ ਜੀ ਮੈਨੂੰ ਸੁਨੇਹਾ ਆ ਗਿਆ, ਪਟਵਾਰੀ ਮਿਲਣ ਆਇਆ ਹੋਇਆ, ਮੈਂ ਚਲਾ ਜਾਵਾਂ ਉੱਧਰ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਤੂੰ ਨਾ ਜਾ, ਤੂੰ ਇੱਥੇ ਸੇਵਾ ਕਰਦਾ ਰਹਿ, ਤੇਰੇ ਕੰਮ ਗੁਰੂ ਨਾਨਕ ਕਰਤਾਰ ਆਪੇ ਪੂਰੇ ਕਰੇਗਾ। ਪਰ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਵੀ ਐਡਾ ਯਕੀਨ ਕਰ ਲਏ ਕੋਈ। ਕਰਨ ਵਾਲੇ ਕਰ ਵੀ ਲੈਂਦੇ ਆ, ਜਿਨ੍ਹਾਂ ਤੇ ਪੂਰੀ ਕਿਰਪਾ ਹੈ ਉਹ ਯਕੀਨ ਕਰਦੇ ਆ, ਪਰ ਕਈ ਵਾਰ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਕਿ ਪੂਰਨ ਵਿਸ਼ਵਾਸ। ਤਤ ਗਿਆਨ ਤੋਂ ਪਹਿਲਾਂ ਦੀ ਮੰਜ਼ਿਲ ਵਿਸ਼ਵਾਸ ਦੀ ਹੈ। ਜੇ ਪੂਰਾ ਵਿਸ਼ਵਾਸ ਹੋਵੇ ਤਾਂ ਅਸਲ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ। ਉਦੋਂ ਪਹਿਲਾਂ ਬ੍ਰਹਮ ਗਿਆਨ ਤੋਂ ਪਹਿਲਾਂ ਵਿਸ਼ਵਾਸ ਹੈ। ਜੇ ਵਿਸ਼ਵਾਸ ਨਹੀਂ ਤੇ ਫਿਰ ਤਤਵ ਗਿਆਨ ਨਹੀਂ। ਗੁਰਬਾਣੀ 'ਚ ਲਿਖਿਆ, ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹਦੇ ਮਨ ਵਿੱਚ ਇਹ ਖਿਆਲ ਆਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤੇ ਕਹੀ ਜਾਂਦੇ ਆ ਤੂੰ ਰੁਕ ਜਾ, ਇੱਥੇ ਰੁਕ ਜਾ, ਤੇ ਮੇਰਾ ਕੰਮ ਕਿਵੇਂ ਉੱਥੇ ਚੱਲੇਗਾ। ਗੁਰੂ ਜੀ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਨੂੰ ਤੇ ਜਾਣਾ ਪਏਗਾ, ਜੇ ਮੈਂ ਨਾ ਗਿਆ ਪਟਵਾਰੀ ਦਾ ਪਤਾ ਨਹੀਂ ਕੀ ਲਿਖਦਾ ਏ ਉੱਥੇ। ਉਹਦੀ ਸੇਵਾ ਕਰਨੀ, ਉਹਦਾ ਸਤਿਕਾਰ ਕਰਨਾ, ਉਹਨੂੰ ਜਲ ਪਾਣੀ ਛਕਾਉਣਾ ਜਾਂ ਉਹਦੇ ਨਾਲ ਗੱਲਬਾਤ ਕਰਨੀ, ਕਿਉਂਕਿ ਮੇਰਾ ਨੁਕਸਾਨ ਪਿੱਛੇ ਬੜਾ ਹੋ ਗਿਆ। ਉਹਨੂੰ ਤੇ ਨੁਕਸਾਨ ਦੀ ਖਬਰ ਨਹੀਂ। ਮੇਰੇ ਸ਼ਰੀਕੇ ਵਾਲੇ ਕਿਤੇ ਮੇਰੇ ਖਿਲਾਫ ਇਹ ਨਾ ਕੁਝ ਬੋਲ ਦੇਣ, ਕਿਤੇ ਮੇਰੇ ਉੱਤੇ ਜ਼ਿਆਦਾ ਹੀ ਨਾ ਹਾਲਾ ਪਾ ਦੇ, ਤੇ ਮੈਂ 6 ਮਹੀਨੇ ਦੀ ਮੇਰੀ ਕਮਾਈ, ਮੇਰੇ ਬੱਚੇ ਇਹਦੇ ਵਿੱਚੋਂ ਹੀ ਪਲਦੇ ਆ। ਇੱਦਾਂ ਦੀਆਂ ਗੱਲਾਂ ਕਰਨ ਲੱਗ ਪਿਆ। ਗੁਰੂ ਜੀ ਕਹਿੰਦੇ ਚੰਗਾ, ਫਿਰ ਜੇ ਤੂੰ ਚੱਲਿਆ ਹੀ ਹੈ, ਇਉਂ ਕਰੀ ਜਾ ਕੇ ਫਿਰ ਉੱਥੇ ਬੋਲੀ ਕੁਝ ਨਾ, ਚੁੱਪ ਕਰਕੇ ਸਾਈਡ ਤੇ ਖੜਾ ਰਹਿ, ਗੁਰੂ ਤੇਰੇ ਕਾਰਜ ਸਵਾਰੇਗਾ, ਤੂੰ ਸੇਵਾ ਕੀਤੀ ਹੈ। ਚਲੋ ਜੀ, ਚਲਾ ਗਿਆ ਸਿੱਖ। ਇਹ ਜਿਸ ਵੇਲੇ ਗਿਆ, ਜਾ ਕੇ ਇਹਨੇ ਗੁਰੂ ਜੀ ਦੀ ਇਹ ਗੱਲ ਮੰਨੀ, ਕੋਲ ਖੜਾ ਰਿਹਾ ਸਾਈਡ 'ਚ, ਬੋਲਿਆ ਨਹੀਂ ਕੁਛ। ਪਰ ਉੱਥੇ ਇੱਕ ਐਸੀ ਕਲਾ ਵਰਤੀ, ਉਹ ਇਹ ਕਲਾ ਵਰਤੀ ਕਿ ਗੁਰਸਿੱਖੋ ਗੁਰੂ ਸਾਹਿਬ ਦੇ ਬਚਨ ਦੇ ਨਾਲ ਚੁੱਪ ਕੀਤਾ ਖੜਾ ਰਿਹਾ। ਉਹ ਜਿਹੜਾ ਮਿਣਤੀ ਕਰਨ ਵਾਲਾ ਸੀ, ਇਹਦੇ ਕੋਲ 200 ਬਿੱਗੇ ਜ਼ਮੀਨ ਸੀ, 200 ਬਿੱਗੇ। ਪਰ ਜਦੋਂ ਮਿਣਤੀ ਕਰਨ ਵਾਲਾ ਮਿਣਤੀ ਕਰੇ, ਉਹਨੂੰ 100 ਬਿੱਗੇ ਦਿਸਿਆ ਕਰੇ ਵੀ 100 ਬਿੱਗੇ ਆ। ਉਹਨੇ ਆ ਕੇ ਲਿਖਵਾਈ ਪਟਵਾਰੀ ਨੂੰ, ਜੀ 100 ਬਿੱਗੇ ਹੈ ਇਹਦੇ ਕੋਲ ਜ਼ਮੀਨ, 100 ਬਿੱਗੇ ਦਾ ਹਾਲਾ ਇਹਨੂੰ ਪਾਉਣਾ। ਜਿਹੜੇ ਸ਼ਰੀਕ ਸਨ ਉਹ ਕਹਿਣ ਲੱਗੇ 100 ਨਹੀਂ 200 ਹੈ, 200 ਦਾ ਹਾਲਾ ਭਰਨਾ। ਪਟਵਾਰੀ ਕੋਲ ਸ਼ਿਕਾਇਤ ਕੀਤੀ। ਪਟਵਾਰੀ ਨੇ ਆਪ ਅੱਗੇ ਹੋ ਕੇ ਉਹਨਾਂ ਨੂੰ ਨਾਲ ਲੈ ਕੇ ਸ਼ਰੀਕਾਂ ਨੂੰ ਮਿਣਤੀ ਕਰਵਾਈ, ਪਰ 200 ਬਿੱਗੇ ਦੀ ਜਗ੍ਹਾ 100 ਬਿੱਗੇ ਹੀ ਲਿਖਤੀ ਰੂਪ 'ਚ ਰਹੀ। ਸਾਰਿਆਂ ਨੂੰ ਦੇਖਣ ਨੂੰ ਵੀ 200 ਬਿੱਗਾ ਦੂਰ ਤੱਕ ਦਿਸਦੀ ਸੀ, ਪਰ ਜਦ ਮਿਣਤੀ ਕਰਨ ਤੇ 100 ਬਿੱਗਾ ਨਿਕਲੇ, ਤੇ ਬਸ ਫਿਰ ਐਸੀ ਕਲਾ ਵਰਤੀ 100 ਬਿੱਗੇ ਦਾ ਹੀ ਹਾਲਾ ਉਹਨੂੰ ਦੇਣਾ ਪਿਆ, ਬਾਕੀ ਦਾ ਉਹਦਾ ਭਰਨ ਵੱਲੋਂ ਰਹਿ ਗਿਆ। ਤੇ ਵਾਪਸ ਆਇਆ ਚਾਈ ਚਾਈ ਗੁਰੂ ਜੀ ਦੇ ਕੋਲ, ਮੱਥਾ ਟੇਕਿਆ, ਮਹਾਰਾਜ ਮੇਰਾ ਨੁਕਸਾਨ ਘਾਟਾ ਪੂਰਾ ਹੋ ਗਿਆ, ਮੇਰੇ ਬੱਚਿਆਂ ਜੋਗੇ ਖਾਣ ਜੋਗੇ ਦਾਣੇ ਵੀ ਆ ਜਾਣਗੇ। ਆਪ ਜੀ ਨੇ ਬੜੀ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਜੀ ਮੁਸਕਰਾਏ, ਹੱਸ ਕੇ ਕਹਿਣ ਲੱਗੇ, ਕਹਿੰਦੇ ਜੇ ਤੂੰ ਵਿਸ਼ਵਾਸ ਕਰ ਲੈਂਦਾ, ਹੁਣ ਤੇ ਤੈਨੂੰ ਅੱਧਾ ਹੀ ਲਾਭ ਹੋਇਆ ਨਾ, 100 ਬਿੱਗੇ ਦਾ ਦੇਣਾ ਪਿਆ। ਜੇ ਤੂੰ ਪੂਰਨ ਯਕੀਨ ਕਰਦਾ, ਭਰੋਸਾ ਕਰਦਾ, ਤੇ ਤੈਨੂੰ 100 ਬਿੱਗੇ ਦਾ ਵੀ ਦੇਣਾ ਨਹੀਂ ਸੀ ਪੈਣਾ, ਸਾਰੀ ਦੀ ਸਾਰੀ ਫਸਲ ਤੇਰੇ ਘਰ ਆਉਣੀ ਸੀ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਗੁਰੂ ਦੀ ਬਰਕਤ ਹੈ। ਬਾਅਦ ਵਿੱਚ ਉਹ ਪਟਵਾਰੀ ਵੀ ਸਿੱਖ ਬਣ ਗਿਆ ਸੀ, ਗੁਰੂ ਦੀ ਕਲਾ ਵੇਖ ਕੇ ਕਿ ਗੁਰੂ ਇੰਨਾ ਜ਼ਾਹਰ ਹੈ। ਭਾਈ ਗੁਰਦਾਸ ਜੀ ਨੇ ਐਵੇਂ ਤਾਂ ਨਹੀਂ ਲਿਖਿਆ, ਜ਼ਾਹਰ ਪੀਰ ਜਗਤ ਗੁਰ ਬਾਬਾ।
ਜਾਹਰ ਕਲਾ ਨਾ ਛਪੈ ਛਪਾਈ। ਤਾਂ ਉਹ ਐਸੇ ਸਤਿਗੁਰੂ ਜਦੋਂ ਉਹਦੀ ਸ਼ਰਣੀ ਲੱਗਦੇ ਹਾਂ, ਫਿਰ ਮਨ ਕਲਪਦਾ ਤੜਫਦਾ, ਉਹਦੀ ਕਲਪਨਾ ਰਹਿ ਜਾਂਦੀ ਹੈ, ਉਹਦਾ ਦੁੱਖ ਦੂਰ ਚਲਾ ਜਾਂਦਾ ਹੈ, ਔਰ ਮਨ ਹੈ ਜਿਹੜਾ ਧੀਰਜ ਫੜ ਲੈਂਦਾ ਹੈ। ਤਿਸੈ ਅਰਾਧ ਹੈ ਮੇਰੇ ਮਨ, ਤੂੰ ਉਸ ਵਾਹਿਗੁਰੂ ਦੀ ਅਰਾਧਨਾ ਕਰ, ਉਹਦਾ ਆਰਾਧਨ ਕਰ, ਮੇਰਾ ਮਨ ਧੀਰਾ। ਕਹਿੰਦੇ ਉਹਦਾ ਆਰਾਧਨ ਕਰਨ ਨਾਲ ਗੁਰਸਿੱਖੋ ਮੇਰਾ ਮਨ ਧੀਰਜ ਵਿੱਚ ਹੈ। ਤੁਸੀਂ ਵੀ ਉਹਦਾ ਆਰਾਧਨ ਕਰੋ, ਉਹਦੇ ਦੱਸੇ ਮਾਰਗ ਤੇ ਚੱਲੋ, ਉਹਦਾ ਸਿਮਰਨ ਕਰੋ, ਉਹਨੂੰ ਯਾਦ ਕਰੋ, ਹਿਰਦੇ ਵਿੱਚ ਵਸਾਓ, ਤੇ ਕਹਿੰਦੇ ਤੁਹਾਨੂੰ ਵੀ ਧੀਰਜ ਆਵੇਗਾ, ਤੁਹਾਡਾ ਮਨ ਵੀ ਜਿਹੜਾ ਅਸ਼ਾਂਤ ਹੈ ਉਹ ਸ਼ਾਂਤੀ ਪਕੜੇਗਾ। ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ, ਅਨ ਦਿਨ ਜਪੋ ਗੁਰੂ ਗੁਰ ਨਾਮ। ਕਹਿੰਦੇ ਮਹਾਰਾਜ ਕਿਵੇਂ ਜਪੀਏ, ਕੋਈ ਜੁਗਤੀ? ਕਹਿੰਦੇ ਜੁਗਤੀ ਕੋਈ ਹੈ, ਅਨ ਦਿਨ ਜਪੋ, ਰੋਜ਼ ਰੋਜ਼ ਜਪਣਾ ਗੁਰੂ ਗੁਰ ਨਾਮ, ਵਾਹਿਗੁਰੂ 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 ਵਾਹਿਗੁਰੂ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਗੁਰੂ ਦਾ ਦਿੱਤਾ ਹੋਇਆ ਵਾਹਿਗੁਰੂ ਗੁਰੂ ਮੰਤਰ ਜੋ ਨਾਮ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਰੋਜ਼ ਜਪਣਾ। ਇਉਂ ਨਹੀਂ ਵੀ ਵਿਪਤ ਭਰੀ ਹਰ ਸਿਮਰੀ ਹੈ, ਐਸਾ ਸਿਮਰੋ ਨਿਤ। ਜਿਵੇਂ ਵਿਪਤਾ ਪਈ ਤੋਂ ਔਖੇ ਵੇਲੇ ਜਪ ਲਿਆ, ਉਦੋਂ ਜਪ ਲਿਆ, ਕੋਈ ਮਾੜੀ ਜੀ ਕੋਈ ਦਿੱਕਤ ਆ ਗਈ, ਦੁਸ਼ਵਾਰੀ ਆ ਗਈ, ਉਦੋਂ ਛੱਡ ਦਿੱਤਾ, ਐਸਾ ਨਹੀਂ ਹੋਣਾ ਚਾਹੀਦਾ। ਖੁਸ਼ੀ ਵਿੱਚ ਵੀ ਜਪਣਾ, ਦੁੱਖ ਵਿੱਚ ਵੀ ਜਪਣਾ, ਸੌਖੇ ਵੇਲੇ ਵੀ ਜਪਣਾ, ਔਖੇ ਵੇਲੇ ਵੀ ਜਪਣਾ। ਕੋਈ ਲਾਭ ਹੋ ਜਾਏ ਤਾਂ ਵੀ ਜਪਣਾ, ਕਦੇ ਲਾਭ ਨਾ ਵੀ ਹੋਵੇ, ਜ਼ਰੂਰੀ ਤਾਂ ਨਹੀਂ ਵੀ ਹਰ ਵੇਲੇ, ਉਦੋਂ ਵੀ ਜਪਣਾ ਹੀ ਜਪਣਾ, ਹਰ ਵੇਲੇ ਨਾਮ ਜਪਣਾ। ਉੱਤੇ ਉੱਠ ਕੇ ਦੁੱਖ ਸੁੱਖ ਤੋਂ, ਖੁਸ਼ੀ ਗਮੀ ਇਹ ਤਾਂ ਚੱਲਦੀ ਰਹਿੰਦੀ ਹੈ ਜ਼ਿੰਦਗੀ ਦੇ, ਇਹ ਤਾਂ ਟਾਇਰ ਨੇ ਗੱਡੀ ਦੇ, ਗੱਡੀ ਚੱਲਦੀ, ਕਦੇ ਕੱਚੇ ਚ ਲੱਥਦੀ, ਕਦੇ ਪੱਕੇ ਚ ਜਾਂਦੀ, ਬੈਲੈਂਸ ਤਾਂ ਰਹਿੰਦੀ। ਗੱਡੀ ਚਲਾਉਣ ਵਾਲਾ ਡਰਾਈਵਰ, ਗੱਡੀ ਚੱਲੀ ਜਾ ਰਹੀ ਹੈ, ਚਲਾਉਂਦਿਆਂ ਚਲਾਉਂਦਿਆਂ ਕਈ ਵਾਰੀ ਕੋਈ ਚੀਜ਼ ਅੱਗੋਂ ਆ ਜਾਏ, ਜੇ ਉਹ ਇੰਨੀ ਆਕੜ ਕਰਕੇ ਰੱਖੇ ਮੈਂ ਤਾਂ ਪੱਕੇ 'ਚ ਰੱਖਣੀ, ਖੜਿਆ ਰਹੇ ਫਿਰ ਪੱਕੇ 'ਚ। ਕਈ ਵਾਰ ਕਿਤੇ ਨਾ ਕਿਤੇ ਕੱਚੇ 'ਚ ਵੀ ਲਾਉਣੀ ਪੈਂਦੀ, ਕਦੇ ਚਿੱਕੜ 'ਚ ਵੀ ਚਲੀ ਜਾਂਦੀ, ਕਈ ਵਾਰ ਗੱਡੀ ਖੱਡੇ 'ਚ ਵੀ ਵੱਜਦੀ। ਇਹਨਾਂ ਚੀਜ਼ਾਂ 'ਚ ਵੱਜਦੀ ਬਚਾਅ ਹੁੰਦਾ ਤਾਂ ਅੱਗੇ ਲੰਘਦੀ। ਇਉਂ ਜ਼ਿੰਦਗੀ ਹੈ, ਜੀਵਨ ਵੀ ਐਸਾ ਹੀ ਹੈ। ਸੁੱਖਾਂ 'ਚ ਵੀ ਜ਼ਿੰਦਗੀ ਹੈ, ਸੁੱਖਾਂ ਵਿੱਚ ਵੀ ਸੁੱਖ ਦੇ ਸਾਰੇ ਸਾਧਨ ਹੋਣ ਦੇ ਬਾਵਜੂਦ ਵੀ ਕਦੇ ਕਦੇ ਜ਼ਿੰਦਗੀ 'ਚ ਦੁੱਖ ਆ ਜਾਂਦਾ ਹੈ, ਔਰ ਉਹ ਦੁੱਖ ਵੀ ਪਰਮੇਸ਼ਰ ਨੂੰ ਯਾਦ ਕਰਾਉਂਦਾ ਹੈ। ਰੱਬ ਨੂੰ ਯਾਦ ਕਰਦੇ ਰਹੀਏ। ਮਹਾਰਾਜ ਕਹਿੰਦੇ ਆਨ ਦਿਨ ਜਪੋ ਗੁਰੂ ਗੁਰ ਨਾਮ, ਹਮੇਸ਼ਾ ਰੋਜ਼ ਰੋਜ਼ ਗੁਰੂ ਦਾ ਨਾਮ ਜਪਦੇ ਰਹੋ, ਛੱਡੋ ਨਾ, ਛੱਡ ਕੇ ਨਾ ਭਜੋ, ਤਾਂ ਤੇ ਸਿੱਧ ਭਏ ਸਗਲ ਕਾਮ। ਕਹਿੰਦੇ ਫਿਰ ਇੱਕ ਦਿਨ ਐਸਾ ਹੋਏਗਾ, ਤੁਸੀਂ ਵੇਖੋਗੇ ਗੁਰੂ ਗੁਰੂ ਜਪਣ ਨਾਲ ਸਾਰੇ ਕੰਮ ਸਿੱਧ ਹੋ ਜਾਂਦੇ ਤੁਹਾਡੇ। ਜਿਤਨੇ ਵੀ ਤੁਹਾਡੇ ਕੰਮ ਨੇ, ਤੁਹਾਡੇ ਕਾਰਜ ਨੇ, ਸਿੱਧ ਹੋ ਜਾਣਗੇ। ਘਬਰਾਉਣਾ ਨਹੀਂ, ਛੋਟੀ ਜੀ ਗੱਲ ਕੋਈ ਹੋ ਜਾਏ ਉਹ ਤੋਂ ਪੈਰ ਫਿਸਲ ਜਾਣਾ, ਇਹ ਹੈ ਸੁਭਾਅ ਬੰਦੇ ਦਾ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜੋ ਤੇ ਕੁਛ ਮਿਲ ਜਾਏ ਫਿਰ ਪੁੱਠੀਆਂ ਛਾਲਾਂ ਮਾਰਦਾ ਫਿਰੇਗਾ, ਜੇ ਕੁਝ ਨਾ ਮਿਲੇ ਫਿਰ ਰੋਣ ਲੱਗ ਜਾਂਦਾ, ਬਾਰ-ਬਾਰ ਰੋਂਦਾ, ਹਾਏ ਮੈਨੂੰ ਮਿਲਿਆ ਨਹੀਂ, ਮੈਨੂੰ ਮਿਲਿਆ ਨਹੀਂ। ਬਸ ਯਕੀਨ ਚ ਰਹੋ, ਮਿਲ ਜਾਏ ਤੇ ਸ਼ੁਕਰਾਨਾ, ਨਹੀਂ ਕੁਝ ਮਿਲਿਆ ਅਗਲੀ ਵਾਰ ਗੁਰੂ ਦੇ ਦੇਗਾ, ਕੋਈ ਗੱਲ ਨਹੀਂ, ਫਿਕਰ ਥੋੜਾ। ਕੁਝ ਖੋ ਥੋੜਾ ਲਿਆ ਤੇਰਾ, ਕੋਈ ਗੱਲ ਨਹੀਂ, ਹੋਰ ਮਿਲ ਜਾਏਗਾ। ਹੋ ਸਕਦਾ ਇਹਦੋਂ ਵੱਡੀ ਚੀਜ਼ ਮਿਲ ਜਾਏ, ਹੋ ਸਕਦਾ ਇਹਦੇ ਵਿੱਚ ਤੇਰਾ ਕੋਈ ਭਲਾ ਹੀ ਹੋਵੇ। ਕਾਫੀ ਕੁਝ ਹੈ, ਤੁਹਾਡੀ ਸਮਝ ਦੇ ਪੜਦੇ ਉੱਥੇ ਤੱਕ ਹਜੇ ਨਹੀਂ ਖੁੱਲੇ ਜਿੱਥੇ ਤੱਕ ਗੁਰੂ ਦੀ ਦ੍ਰਿਸ਼ਟੀ ਹੈ, ਦਿਵ ਦ੍ਰਿਸ਼ਟੀ ਹੈ ਤੁਹਾਡੇ ਲਈ। ਜਿੰਨੀ ਕੁ ਤੁਹਾਡੀ ਸਮਝ ਹੈ ਤੁਸੀਂ ਉਸ ਤਰੀਕੇ ਵਰਤਦੇ ਹੋ, ਗੁਰੂ ਦੀ ਜੈਸੀ ਸਮਝ ਹੈ ਗੁਰੂ ਉਸ ਤਰੀਕੇ ਵਰਤਦਾ ਹੈ। ਇਸ ਲਈ ਗੁਰੂ ਨੂੰ ਵੱਡਾ ਸਮਝੋ, ਆਪਣੇ ਆਪ ਨੂੰ ਵੱਡਾ ਅਕਲ ਵਾਲਾ ਨਾ ਜਾਣੋ। ਆਪਾਂ ਤੇ ਅਰਦਾਸ ਕਰੋ ਗੁਰੂ ਦੇ ਅੱਗੇ, ਤੇ ਜੋ ਗੁਰੂ ਕਰਦਾ ਹੈ ਉਸ ਫੈਸਲੇ ਨੂੰ ਆਖਰੀ ਫੈਸਲਾ ਸਮਝ ਕੇ ਮੰਨਣਾ, ਸੱਚ ਸਮਝਣਾ।
ਤੇ ਇਉਂ ਕਰਦਿਆਂ ਫਿਰ ਤਾਂ ਤੇ ਸਿੱਧ ਭਏ ਸਗਲ ਕਾਮ। ਫਿਰ ਸਾਰੇ ਕੰਮ ਤੁਹਾਡੇ ਠੀਕ ਵੀ ਹੋ ਜਾਣਗੇ। ਇੱਕ ਸਮਾਂ ਆਏਗਾ ਗੁਰੂ ਦੇ ਹੁਕਮ ਭੈ ਵਿੱਚ ਚੱਲਿਆ, ਕੋਈ ਕੰਮ ਐਸਾ ਨਹੀਂ ਰਹਿ ਜਾਏਗਾ ਜਿਹੜਾ ਨਹੀਂ ਪੂਰਾ ਹੋਏਗਾ, ਸਾਰੇ ਪੂਰੇ ਹੋ ਜਾਣਗੇ ਤੁਹਾਡੇ। ਤੁਸੀਂ ਫਿਰ ਨਿਸ਼ਕਾਮ ਹੋ ਜਾਓਗੇ। ਤੁਹਾਨੂੰ ਕੋਈ ਪੁੱਛੇਗਾ ਵੀ ਕਿਹੜੇ ਕੰਮ ਲਈ ਤੁਸੀਂ ਆਉਨੇ ਹੋ ਗੁਰਦੁਆਰੇ, ਪਹਿਲਾਂ ਪਹਿਲਾਂ ਤੇ ਬੰਦਾ ਦੱਸਦਾ ਜੀ ਮੈਨੂੰ ਆਹ ਕੰਮ ਹੈ, ਮੈਂ ਲੜਕੇ ਨੂੰ ਬਾਹਰ ਭੇਜਣਾ ਹੈ, ਮੈਂ ਜੀ ਦੁਕਾਨ ਪਾਉਣੀ ਹੈ, ਮੇਰਾ ਕੰਮ ਚੱਲ ਜਾਏ, ਮੇਰੇ ਜੀ ਪੇਪਰ ਨੇ, ਮੈਂ ਤਾਂ ਗੁਰਦੁਆਰੇ ਆਉਣਾ। ਪਹਿਲਾਂ ਪਹਿਲਾਂ ਏਦਾਂ ਹੁੰਦਾ। ਫਿਰ ਹੌਲੀ ਹੌਲੀ ਤੁਹਾਨੂੰ ਕੋਈ ਪੁੱਛੇ ਵੀ ਗੁਰਦੁਆਰੇ ਕਿਉਂ ਜਾਂਦੇ, ਤੁਹਾਨੂੰ ਫਿਰ ਅਜੀਬ ਜਿਹਾ ਲੱਗਦਾ, ਬੰਦਾ ਕਿਉਂ ਪੁੱਛਦਾ ਹੈ। ਫਿਰ ਤੁਸੀਂ ਆਖੋਗੇ ਵੀ ਗੁਰਦੁਆਰੇ ਕਿਉਂ ਜਾਂਦੇ ਦਾ ਕੀ ਮਤਲਬ ਹੈ? ਗੁਰਦੁਆਰੇ ਤਾਂ ਜਾਈਦਾ ਹੀ ਹੈ, ਗੁਰਦੁਆਰੇ ਤਾਂ ਜਾਣਾ ਹੀ ਚਾਹੀਦਾ। ਪਹਿਲਾਂ ਪਹਿਲਾਂ ਤੁਸੀਂ ਕਿਸੇ ਕੰਮ ਨੂੰ ਲੈ ਕੇ ਜੁੜਦੇ ਹੋ, ਫਿਰ ਕੰਮ ਪੂਰੇ ਹੋਣ ਲੱਗ ਜਾਂਦੇ ਆ, ਆਖਿਰ ਇੱਕ ਦਿਨ ਐਸਾ ਹੁੰਦਾ ਕੰਮ ਪੂਰੇ ਹੀ ਹੋ ਜਾਂਦੇ ਸਾਰੇ, ਤੇ ਤੁਸੀਂ ਫਿਰ ਗੁਰਦੁਆਰੇ ਫਿਰ ਵੀ ਜਾਣਾ ਨਹੀਂ ਛੱਡਦੇ। ਫਿਰ ਨਿਸ਼ਕਾਮਤਾ ਆ ਜਾਂਦੀ ਤੁਹਾਡੇ ਅੰਦਰ। ਕਿਉਂ? ਕੰਮ ਗੁਰੂ ਨੇ ਪੂਰੇ ਕਰ ਦਿੱਤੇ, ਲਾਈਨ ਲਾਈ ਹੋਈ ਆ ਗੁਰੂ ਸਾਹਿਬ ਨੇ, ਦੇਖਦੇ ਆ ਵੀ ਇਹਦਾ ਕੰਮ ਕਿਹੜਾ ਪਹਿਲਾਂ ਕਰਨਾ ਹੈ। ਹੌਲੀ 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 ਗੁਰੂ ਸਾਹਿਬ ਕੰਮ ਕਰੀ ਜਾਂਦੇ ਆ। ਕਈ ਵਾਰ ਸਾਨੂੰ ਲੱਗਦਾ ਵੀ ਸੁੱਖ ਨਹੀਂ ਮਿਲਿਆ, ਸੁੱਖ ਮਿਲੇਗਾ। ਕਈ ਵਾਰ ਗੁਰੂ ਸਾਹਿਬ ਦੁੱਖ ਮੇਟ ਰਹੇ ਹੁੰਦੇ ਤੁਹਾਡੇ, ਪਹਿਲਾਂ ਦੁੱਖ ਮੇਟਦੇ ਫਿਰ ਸੁੱਖ ਦੇਣਾ। ਇਉਂ ਗੁਰੂ ਦੀਆਂ ਗੁਰੂ ਜਾਣ। ਤੇਰਾ ਕੰਮ ਹੈ ਤੂੰ ਗੁਰੂ ਗੁਰੂ ਗੁਰ ਜਪ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਕਹਿੰਦੇ ਅਨ ਦਿਨ ਜਪੋ ਗੁਰੂ ਗੁਰ ਨਾਮ, ਤਾਤੇ ਸਿੱਧ ਭਏ ਸਗਲ ਕਾਮ। ਇਉਂ ਕਰਨ ਨਾਲ ਸਾਰੇ ਕੰਮ ਤੁਹਾਡੇ ਸਿੱਧ ਪੂਰੇ ਹੋ ਜਾਣਗੇ। ਭਾਈ ਗੁਰਸਿੱਖੋ, ਦਰਸ਼ਨ ਦੇਖ ਸ਼ੀਤਲ ਮਨ ਭਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕੀਤੇ ਹਨ। ਗੁਰੂ ਦੇ ਦਰਸ਼ਨ ਕਰਨ ਨਾਲ ਮਨ ਸ਼ੀਤਲ ਹੋ ਜਾਂਦਾ ਹੈ, ਮਨ ਠੰਡਾ ਹੋ ਜਾਂਦਾ ਹੈ। ਗੁਰਮੁਖੋ, ਜਨਮ ਜਨਮ ਕੇ ਕਿਲ ਵਿਖ ਗਏ। ਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੇ ਚਰਨੀ ਲੱਗਿਆਂ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਆ। ਪਤਾ ਲੱਗਦਾ ਕਿਤੇ ਕਿਹੜੇ ਜਨਮ ਚ ਕੀ ਬੀਜਿਆ ਸੀ। ਇਸੇ ਜਨਮ ਦੀ ਸਮਝ ਨਹੀਂ। ਰੋਜ਼ ਰੋਜ਼ ਪਤਾ ਨਹੀਂ ਕੀ ਕੁਝ ਬੋਲਦੇ ਆ, ਕੀ ਕੁਝ ਕਰਦੇ ਆ, ਕੋਈ ਸੋਝੀ ਹੈ। ਤੇ ਫਿਰ ਬੇਅੰਤ ਜਨਮ, ਅਨੰਤ ਜੀਵਨ ਕਿਧਰੋਂ ਕਿਧਰੋਂ ਲੰਘ ਕੇ ਆਏ। ਇੰਨੀ ਸਮਝ ਸੋਝੀ ਹੋਣ ਦੇ ਬਾਵਜੂਦ ਵੀ ਸਵਾਰਥ ਨਹੀਂ ਛੱਡਦੇ। ਤੇ ਜਿਹੜੇ ਐਸੇ ਜਨਮ ਸਨ ਜਦੋਂ ਅਕਲ ਵੀ ਨਹੀਂ ਸੀ, ਸੋਝੀ ਨਹੀਂ ਸੀ, ਉਦੋਂ ਪਤਾ ਨਹੀਂ ਕੀ ਕੁਝ ਕੀਤਾ, ਉਹ ਵੀ ਤਾਂ ਹੈ ਲੇਖਾ ਜੋਖਾ। ਇਸ ਲਈ ਇੰਨੇ ਭੋਲੇ ਸ਼ਰੀਫ ਨਾ ਬਣ ਕੇ ਘੁੰਮੋ ਕਿ ਤੁਸੀਂ ਆਖੋ ਜੀ ਮੈਨੂੰ ਪਤਾ ਨਹੀਂ ਜੋ ਮਿਲ ਗਿਆ ਦੁੱਖ, ਮੈਂ ਤੇ ਕੁਝ ਕੀਤਾ ਹੀ ਨਹੀਂ। ਬਥੇਰਾ ਕੁਝ ਕੀਤਾ, ਬਹੁਤ ਹਿਸਾਬ ਕਿਤਾਬ ਲੰਮਾ ਹੀ ਹੈ। ਇਸ ਲਈ ਤੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਲੱਗ ਜਾ, ਤੇ ਗੁਰੂ ਦੇ ਚਰਨੀ ਲੱਗੇਗਾ, ਜਨਮ ਜਨਮ ਕੇ ਕਿਲ ਵਿਖ ਗਏ। ਗੁਰੂ ਤੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਦੇਗਾ। ਭਰੋਸਾ ਰੱਖ, ਗੁਰੂ ਯਕੀਨ ਰੱਖ, ਡੋਲਦਾ ਨਾ ਫਿਰ ਇੱਧਰ ਉਧਰ ਮਨ ਨੂੰ ਭਟਕਾ ਨਾ, ਡੋਲ ਨਾ, ਡਗਮਗ ਛਾੜ ਰਹੇ ਮਨ ਬੌਰਾ। ਅਬ ਤੋ ਜਰੇ ਮਰੇ ਸਿਧ ਪਾਈਐ, ਲੀਨੋ ਹਾਥ ਸਦੌਰਾ। ਕਹੋ ਨਾਨਕ ਕਹਾਂ ਪੈ ਭਾਈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਗੁਰਮੁਖੋ, ਫਿਰ ਕਾਹਦਾ ਭੈ, ਕਾਹਦਾ ਡਰ ਸਾਨੂੰ, ਕਾਹਦਾ ਡਰ, ਕਾਹਦਾ ਭੈ ਭਾਈ? ਕੋਈ ਡਰ ਨਹੀਂ, ਕੋਈ ਭੈ ਨਹੀਂ। ਆਪਣੇ ਸੇਵਕ ਕੀ ਆਪ ਪੈਜ ਰਖਾਈ। ਆਪਣੇ ਸੇਵਕਾਂ ਦੀ ਆਪ ਪੈਜ ਰੱਖਦਾ, ਇੱਜ਼ਤ ਰੱਖਦਾ, ਉਹਨਾਂ ਦੀ ਰਾਖੀ ਕਰਦਾ ਹੈ ਆਪਣੇ ਆਪ। ਡਰੀ ਦਾ ਨਹੀਂ ਹੁੰਦਾ। ਗੁਰੂ ਨਾਲ ਹੈ, ਬਸ ਹਰ ਵੇਲੇ ਨਾਲ ਹੈ। ਇਉਂ ਚਿੰਤਾ ਛੱਡ ਕੇ ਕੰਮ ਕਰੋ। ਜਾਂ ਤਾਂ ਆਪੇ ਹੀ ਕਰ ਲਓ ਵੀ ਮੈਂ ਕਰਨਾ, ਮੈਂ ਕਰਨ ਵਾਲਾ, ਫਿਰ ਗੁਰੂ ਨੂੰ ਵੀ ਕਾਹਨੂੰ ਵਿੱਚ ਲਿਆਉਂਦੇ, ਫਿਰ ਆਪੇ ਕਰੋ। ਜਾਂ ਆਪਾ ਸਾਈਡ ਤੇ ਰੱਖ ਦਿਓ, ਫਿਰ ਵੀ ਗੁਰੂ ਕਰੇਗਾ, ਜੋ ਕਰ ਦੇਗਾ ਪ੍ਰਵਾਨ ਆ ਬਸ। ਇਉਂ ਕਰਕੇ ਇੱਕ ਪਾਸਾ ਕਰਕੇ ਚੱਲੋ, ਤੇ ਫਿਰ ਡਰ ਨਹੀਂ ਲੱਗਦਾ। ਜੇ ਗੁਰੂ ਦੇ ਉੱਤੇ ਛੱਡ ਦਈਏ ਜੀਵਨ ਨੂੰ, ਤੇ ਗੁਰੂ ਠੀਕ ਹੀ ਕਰਦਾ। ਕਹੋ ਨਾਨਕ ਕਹਾਂ ਭੈ ਭਾਈ। ਗੁਰੂ ਸਾਹਿਬ ਕਹਿੰਦੇ ਕਾਹਦਾ ਡਰ, ਕਾਹਦਾ ਭੈ ਭਾਈ?
ਆਪਣੇ ਸੇਵਕ ਕੀ ਆਪ ਪੈਜ ਰਖਾਈ। ਆਪਣੇ ਸੇਵਕ ਦੀ ਆਪੇ ਰੱਖਦਾ ਹੈ, ਪੁੱਠੇ ਕੰਮ ਹੋਣੇ ਨਹੀਂ ਦਿੰਦਾ, ਸਿੱਧੀਆਂ ਹੀ ਪਾਉਂਦਾ ਆਪਣੇ ਸੇਵਕਾਂ ਦੀ। ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਅਗਲਾ ਸ਼ਬਦ ਹੈ, ਆਪਣੇ ਸੇਵਕ ਕੋ ਆਪ ਸਹਾਈ। ਆਪਣੇ ਪਿਆਰੇ ਸੇਵਕ ਦੀ ਆਪ ਸਹਾਇਤਾ ਕਰਦਾ। ਹੁਣ ਅਸੀਂ ਆਪਣੇ ਮਨ ਵਿੱਚ ਲੱਡੂ ਫੁੱਟਦੇ ਹੁੰਦੇ ਬੰਦਿਆਂ ਦੇ ਇਦਾਂ ਦੀ ਗੱਲ ਸੁਣ ਕੇ ਵੀ ਆਪਣੇ ਸੇਵਕ ਦੀ ਸਹਾਇਤਾ ਕਰਦਾ ਹੈ। ਅਸੀਂ ਆਪਣੇ ਆਪ ਨੂੰ ਸਮਝ ਲੈਂਦੇ ਪਤਾ ਨਹੀਂ ਮੇਰੇ ਲਈ ਸ਼ਬਦ ਹੈ। ਸਹਾਇਤਾ ਤੇ ਗੁਰੂ ਕਰਦਾ, ਪਰ ਨਾਲ ਸੇਵਕ ਦੀ ਸ਼ਬਦ ਸਮਝੋ। ਸੇਵਕ ਬਣੇ ਵੀ ਆ ਅਸੀਂ, ਇਹ ਗੱਲ ਜ਼ਰੂਰ ਸਮਝੀ। ਸੇਵਕ ਹੈ, ਸੇਵਾ ਕਰਦੇ ਹਾਂ, ਬਣੇ ਆ ਉਹਦੇ ਗੋਲੇ ਚਾਕਰ ਸੇਵਕ ਸੇਵਾਦਾਰ। ਅਸੀਂ ਤਾਂ ਕਈ ਵਾਰੀ ਸ਼ਰੀਕ ਬਣਦੇ ਆ ਉਹਦੇ, ਜਿੱਦਾਂ ਕੱਢਦੇ ਆ, ਬਹਿਸਾਂ ਕਰਦੇ ਆ। ਤੇ ਜਿਹੜਾ ਸਲਾਮਾਂ ਵੀ ਕਰੇ ਤੇ ਜਵਾਬ ਵੀ ਕਰੇ ਅੱਗੋਂ, ਐਵੇਂ ਕਿਵੇਂ ਹੋ ਜੂ? ਉਹ ਨਹੀਂ ਸੇਵਾਦਾਰ ਹੋਇਆ ਕਰਦਾ। ਗੁਰਬਾਣੀ 'ਚ ਲਿਖਿਆ ਸਲਾਮ ਜਵਾਬ ਦੋਵੈ ਕਰੇ, ਮੁੱਢੋਂ ਕੁੱਥਾ ਜਾਏ, ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ। ਨਾਲੇ ਤਾਂ ਮੱਥਾ ਵੀ ਟੇਕਦਾ ਤੇ ਨਾਲੇ ਯਕੀਨ ਨਹੀਂ ਵੀ ਕਿਵੇਂ ਗੁਰੂ ਕਰ ਦੇਗਾ। ਤੇ ਕਹਿੰਦੇ ਉਹਦਾ ਮੱਥਾ ਟੇਕਣਾ ਵੀ ਕਿਸੇ ਕੰਮ ਦਾ ਨਹੀਂ ਰਿਹਾ, ਤੇ ਉਹਦਾ ਸਵਾਲ ਜਵਾਬ ਦਾ ਵੀ ਕੋਈ ਲਾਭ ਨਹੀਂ। ਜਾਂ ਤਾਂ ਸਵਾਲ ਜਵਾਬ ਹੀ ਕਰ ਲਏ, ਫਿਰ ਮੱਥੇ ਕਾਹਨੂੰ ਟੇਕਦਾ? ਜਾਂ ਮੱਥਾ ਹੀ ਟੇਕ ਲਏ, ਗੁਰੂ ਤੇ ਯਕੀਨ ਕਰ ਲਏ। ਜਿਹੜਾ ਬੰਦਾ ਦੁਬਦਾ ਵਾਲਾ ਹੈ ਤੇ ਕਹਿੰਦੇ ਉਹਦੀਆਂ ਦੋਵੇਂ ਹੀ ਚੀਜ਼ਾਂ ਖਰਾਬ ਚਲੀਆਂ ਜਾਂਦੀਆਂ। ਸੇਵਕ ਹੈ ਜਿਹੜਾ, ਸੇਵਕ ਦਾ ਕੰਮ ਹੈ ਉਹ ਗੁਰੂ ਦੇ ਹੁਕਮ ਵਿੱਚ ਸੇਵਾ ਕਰੀ ਜਾਵੇ। ਆਪਣਾ ਕੋਈ ਕਾਰਜ ਹੈ ਗੁਰੂ ਦੇ ਅੱਗੇ ਰੱਖ ਦੇਵੇ, ਕੰਮ ਕਰੇ, ਕਰੀ ਚੱਲੇ, ਤੇ ਜੇ ਉਹਦਾ ਫਲ ਗੁਰੂ ਅੱਗੇ ਰੱਖ ਦੇਵੇ, ਜੋ ਗੁਰੂ ਨੇ ਦੇਣਾ ਉਹਦੀ ਮਰਜ਼ੀ, ਇਉਂ ਸੇਵਕ ਹੁੰਦਾ। ਫਿਰ ਆਪਣੇ ਸੇਵਕ ਕੋ ਆਪ ਸਹਾਈ, ਫਿਰ ਆਪਣੇ ਸੇਵਕ ਦੀ ਆਪ ਸਹਾਇਤਾ ਵੀ ਕਰਦਾ। ਸੇਵਕ ਨੂੰ ਦਿਸੇ ਭਾਵੇਂ ਨਾ ਦਿਸੇ। ਸੇਵਾਦਾਰ ਨੂੰ ਕਈ ਵਾਰ ਕਈ ਗੱਲਾਂ ਨਹੀਂ ਦਿਸਦੀਆਂ ਹੁੰਦੀਆਂ। ਜਿਵੇਂ ਬੱਚੇ ਨੂੰ ਨਹੀਂ ਪਤਾ ਹੁੰਦਾ, ਉਹ ਖੇਡੀ ਜਾਂਦਾ ਹੈ ਬੱਚਿਆਂ ਨਾਲ, ਪਰ ਉਹਦੀ ਮਾਂ ਦੀ ਨਜ਼ਰ ਉਹ ਤੇ ਰਹਿੰਦੀ ਹੈ ਹਮੇਸ਼ਾ। ਬੱਚੇ ਨੂੰ ਨਹੀਂ ਲੱਗਦਾ। ਬੱਚਾ ਗਲਤੀਆਂ ਵੀ ਕਰਦਾ, ਚੋਰੀ ਚੋਰੀ ਜਾਂਦਾ ਹੈ ਰਸੋਈ ਵਿੱਚ, ਜਾਏਗਾ ਗੁੜ ਦੀ ਡਲੀ ਚੁੱਕੇਗਾ, ਖਾਏਗਾ, ਲੱਡੂ ਚੁੱਕੇਗਾ, ਖਾਏਗਾ, ਮਿੱਠਾ ਚੰਗਾ ਲੱਗਦਾ ਬੱਚੇ ਨੂੰ। ਮਾਂ ਦੀ ਨਜ਼ਰ ਹੁੰਦੀ, ਕਈ ਵਾਰੀ ਝਿੜਕਦੀ ਵੀ ਖਾਇਆ ਨਾ ਕਰ, ਕਈ ਵਾਰੀ ਦੇਖਦੀ ਹੱਸਦੀ ਹੈ ਵੀ ਲੈ ਹਟਦਾ ਨਹੀਂ ਹੈ, ਖਾਈ ਜਾਂਦਾ। ਉਹਨੂੰ ਨਿਆਣੇ ਨੂੰ ਲੱਗਦਾ ਲੈ ਵੀ ਮੈਨੂੰ ਤਾਂ ਮਾਂ ਨੂੰ ਤੇ ਪਤਾ ਹੀ ਨਹੀਂ ਲੱਗਿਆ, ਮੈਂ ਤੇ ਮਿੱਠਾ ਖਾ ਗਿਆ। ਉਹ ਮਾਂ ਨੂੰ ਸਭ ਪਤਾ ਹੁੰਦਾ ਵੀ ਇਹ ਕੀ ਕਰ ਰਿਹਾ, ਪਰ ਮਾਂ ਉਹਨੇ ਦੇਖਣਾ ਕਿੰਨਾ ਕੁ ਤੈਨੂੰ ਚੀਜ਼ ਖਾਣ ਨੂੰ ਦੇਣੀ ਹੈ, ਤੂੰ ਉਦਾਸ ਵੀ ਨਾ ਹੋਵੇਂ, ਕਿੰਨਾ ਕੁ ਤੈਨੂੰ ਫਿਰ ਕਿੱਥੇ ਰੋਕਣਾ ਵੀ ਬਹੁਤੀ ਵੀ ਨਾ ਹੋ ਜਾਏ ਕਿ ਤੂੰ ਬਾਅਦ ਵਿੱਚ ਡਿੱਗਿਆ ਫਿਰੇ ਬਿਮਾਰ ਹੋ ਜਾਏ। ਉਹਦੀ ਨਜ਼ਰ ਤੇਰੇ ਤੇ ਹਮੇਸ਼ਾ ਹੀ, ਕਦੇ ਵੀ ਐਸਾ ਦਿਨ ਨਹੀਂ ਕਿ ਉਹ ਤੈਨੂੰ ਨਹੀਂ ਵੇਖਦਾ। ਤੈਨੂੰ ਕੋਲ ਆ ਕੇ ਵੇਖਦਾ, ਤੈਨੂੰ ਸੁੱਤੇ ਪਏ ਨੂੰ ਵੇਖ ਕੇ ਜਾਂਦਾ ਕਿ ਤੂੰ ਸੁੱਤਾ, ਤੇਰੀ ਕਿਤੇ ਚਾਦਰ ਤੇ ਕੋਈ ਵੱਟ ਤੇ ਨਹੀਂ, ਕੋਈ ਤੈਨੂੰ ਚੁਭਦੀ ਤੇ ਨਹੀਂ ਕੋਈ ਚੀਜ਼। ਤੂੰ ਸੁੱਤਾ ਪਿਆ, ਤੇਰਾ ਹੱਥ ਤੇਰੇ ਸਿਰ ਦੇ ਥੱਲੇ ਤਾਂ ਨਹੀਂ ਕਿ ਤੇਰਾ ਹੱਥ ਸੌਂ ਜਾਏ, ਵਿੰਗਾ ਟੇਢਾ ਤਾਂ ਨਹੀਂ ਪਿਆ। ਉਹ ਤਾਂ ਇੰਨੇ ਤਰੀਕੇ ਨਾਲ ਦੇਖਦਾ ਤੁਹਾਨੂੰ। ਉਹ ਤੇ ਤੁਹਾਡੇ ਸੁਪਨਿਆਂ ਦੀ ਵੀ ਜਾਂਚ ਪੜਤਾਲ ਕਰਦਾ, ਇਹਨੂੰ ਕੋਈ ਭੈੜਾ ਸੁਪਨਾ ਨਾ ਆ ਜਾਏ, ਕਿਤੇ ਸੁਪਨੇ ਵਿੱਚ ਦੁਖੀ ਹੋ ਜਾਏ। ਇਸ ਲਈ ਗੁਰੂ ਸਰਬ ਕਲਾ ਸਮਰੱਥ ਹੈ, ਗੁਰੂ ਹਮੇਸ਼ਾ ਨਾਲ ਹੈ। ਗੁਰੂ ਨਾਨਕ ਗੁਰਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਮਾਲਕ ਹੈ ਦੁਨੀਆ ਦੇ ਭਾਈ। ਇਹ ਜਾਗਦੇ ਸੰਸਾਰ, ਗੁਪਤ ਸੰਸਾਰ, ਸੁਪਨਿਆਂ ਦੀ ਦੁਨੀਆ, ਸੰਸਾਰ ਤੋਂ ਬਾਹਰ ਜੋ ਕੁਝ ਵੀ ਹੈ, ਪੂਰਾ ਵਰਲਡ ਸ਼ਬਦ ਵੀ ਛੋਟਾ ਹੈ, ਯੂਨੀਵਰਸ ਜਿਹਨੂੰ ਕਹਿ ਲਈਏ ਆਪਾਂ, ਪੂਰਾ ਬ੍ਰਹਿਮੰਡ ਸਾਰਾ ਉਹਦੇ ਅੰਡਰ ਹੈ, ਉਹਦੇ ਹੁਕਮ ਵਿੱਚ ਹੈ, ਉਹਦੀ ਨਜ਼ਰ ਵਿੱਚ ਹੈ, ਤੇ ਆਪਾਂ ਉਹ ਤੋਂ ਬਾਹਰ ਥੋੜਾ। ਇਸ ਲਈ ਆਪਣੇ ਸੇਵਕ ਕਉ ਆਪ ਸਹਾਈ, ਨਿਤ ਪ੍ਰਤਪਾਰੈ ਬਾਪ ਜੈਸੇ ਮਾਈ। ਗੁਰੂ ਜੀ ਕਹਿੰਦੇ ਨਿਤ ਸਾਂਭਦਾ ਜਿਵੇਂ ਪਿਓ ਅਤੇ ਮਾਂ।
ਦੋਵਾਂ ਦੇ ਆਪੋ ਆਪਣੇ ਰੋਲ ਨੇ। ਬਾਪ ਜੈਸੇ ਮਾਈ, ਜਿਵੇਂ ਬਾਪ ਅਤੇ ਮਾਂ ਦੋਵੇਂ ਹੀ ਸਾਂਭਦੇ ਬੱਚਿਆਂ ਨੂੰ। ਬਾਪ ਕੰਮਕਾਰ ਕਰਦਾ ਹੈ, ਕਮਾ ਕੇ ਲਿਆਉਂਦਾ, ਮਿਹਨਤ ਕਰਦਾ ਹੈ, ਮਾਂ ਘਰ ਨੂੰ ਸਾਂਭਦੀ ਹੈ। ਦੋਵੇਂ ਹੀ ਲਾਜ਼ਮੀ ਹੈ ਜ਼ਿੰਦਗੀ ਵਿੱਚ, ਪਿਤਾ ਵੀ ਤੇ ਮਾਤਾ ਵੀ। ਅਗਰ ਇੱਕ ਨਾ ਹੋਵੇ ਤੇ ਜ਼ਿੰਦਗੀ ਅਧੂਰੀ ਰਹਿੰਦੀ ਹੈ। ਪਿਤਾ ਬਿਨਾਂ ਘਰ ਵਿੱਚ ਗਰੀਬੀ ਆ ਜਾਏਗੀ, ਔਖਾ ਹੋਏਗਾ। ਫਿਰ ਤੁਸੀਂ ਆਖੋਗੇ ਜੀ, ਕੋਈ ਬੀਬੀ ਆਖ ਸਕਦੀ ਹੈ ਮੈਂ ਮਾਂ ਦਾ ਫਰਜ਼, ਮੈਂ ਮਾਂ ਸੀ, ਮੈਂ ਕੰਮ ਕਰਦੀ ਰਹੀ, ਮੈਂ ਕੰਮ ਕੀਤਾ, ਮੈਂ ਇਹਦੇ ਪਿਤਾ ਵਾਲੇ ਫਰਜ਼ ਨਿਭਾਏ। ਠੀਕ ਹੈ, ਤੂੰ ਪਿਤਾ ਵਾਲੇ ਫਰਜ਼ ਨਿਭਾ ਦਿੱਤੇ ਹੋਣੇ, ਫਿਰ ਮਾਂ ਵਾਲੇ ਅਧੂਰੇ ਰਹਿ ਗਏ ਹੋਣੇ। ਦੋ ਪਰਮੇਸ਼ਰ ਨੇ ਬਣਾਏ, ਮਾਂ ਤੇ ਬਾਪ। ਮਾਂ ਜੈਸੀ ਮਮਤਾ ਨਹੀਂ ਕੋਈ ਦੇ ਸਕਦਾ, ਪਿਤਾ ਵਰਗਾ ਸਾਥ ਨਹੀਂ ਕੋਈ ਦੇ ਸਕਦਾ। ਮਾਂ ਮਮਤਾ ਦੀ ਮਾਰੀ ਹੈ, ਬੱਚੇ ਨੂੰ ਕੁਝ ਹੋ ਜਾਏ ਹੌਸਲਾ ਡੋਲ ਜਾਏਗੀ, ਉਹਨੂੰ ਨਹੀਂ ਪਤਾ ਲੱਗੇਗਾ ਕੀ ਕਰਨਾ ਮੈਂ ਹੁਣ। ਪਿਤਾ ਫਿਰ ਵੀ ਹੌਸਲਾ ਰੱਖੇਗਾ, ਉਹਦਾ ਹੱਲ ਲੱਭੇਗਾ। ਮਾਂ ਰੋ ਸਕਦੀ ਹੈ, ਦੁੱਖ ਫੀਲ ਕਰ ਸਕਦੀ ਹੈ, ਪਿਤਾ ਉਹਦੇ ਚੋਂ ਬਾਂਹ ਫੜ ਕੇ ਕੱਢਣ ਦਾ ਯਤਨ ਕਰੇਗਾ। ਪਿਤਾ ਦਰਦ ਵੀ ਦੇਖੇਗਾ, ਤੇਰਾ ਦਰਦ ਫੀਲ ਵੀ ਕਰੇਗਾ, ਪਰ ਦੰਦਾਂ ਥੱਲੇ ਜੀਭ ਦੇ ਕੇ ਆਖੇਗਾ ਕੋਈ ਨਹੀਂ, ਤਕੜਾ ਹੋ। ਇਹ ਪਿਤਾ ਦੀ ਕੁਆਲਿਟੀ ਹੈ। ਮਾਂ ਦੇ ਆਪਣੇ ਗੁਣ ਨੇ। ਤੇ ਮਹਾਰਾਜ ਕਹਿੰਦੇ ਪਰਮਾਤਮਾ ਨਿਤ ਪ੍ਰਤਪਾਰ ਹੈ। ਪਿਤਾ ਗੁਰੂ ਪਰਮਾਤਮਾ ਤੇਰੀ ਰੋਜ਼ ਸੰਭਾਲ ਕਰਦਾ ਹੈ। ਬਾਪ ਜੈਸੇ ਮਾਈ, ਮਾਂ ਦੀ ਤਰ੍ਹਾਂ ਤੇਰੀ ਫਿਕਰ ਕਰਦਾ ਹੈ, ਤੇ ਪਿਤਾ ਦੀ ਤਰ੍ਹਾਂ ਤੇਰੀ ਸਹਾਇਤਾ ਕਰਦਾ ਹੈ। ਪਿਤਾ ਸਹਾਇਤਾ ਕਰੇਗਾ, ਡਾਂਟੇਗਾ, ਝਿੜਕੇਗਾ, ਪਿਆਰ ਵੀ ਕਰੇਗਾ। ਮਾਂ ਪਿਆਰ ਹੀ ਕਰ ਸਕਦੀ ਹੈ। ਮਾਂ ਅੰਦਰ ਦੀਆਂ ਵੀ ਜਾਣਦੀ ਹੁੰਦੀ ਹੈ, ਮਾਂ ਪੜਦੇ ਪਾਉਂਦੀ ਹੈ। ਪਿਤਾ ਖਰੋਚ ਖਰੋਚ ਕੇ ਦੇਖਦਾ, ਤੂੰ ਆਹ ਗਲਤੀ ਕੀਤੀ, ਤੂੰ ਆਹ ਕੀਤੀ, ਕੱਢ ਕੱਢ ਕੇ ਲਿਆਉਂਦਾ। ਦੋਵੇਂ ਚੀਜ਼ਾਂ ਲਾਜ਼ਮੀ। ਜਿਵੇਂ ਘੁਮਿਆਰ ਘੜਾ ਬਣਾਉਂਦਾ, ਅੰਦਰ ਹੱਥ ਰੱਖਦਾ, ਬਾਹਰੋਂ ਥੱਪੜ ਮਾਰਦਾ ਜਾਂਦਾ, ਅੰਦਰ ਹੱਥ ਰੱਖਦਾ, ਬਾਹਰੋਂ ਥੱਪੜ ਮਾਰਦਾ ਜਾਂਦਾ। ਇਉਂ ਮਾਂ ਅੰਦਰਲਾ ਹੱਥ ਹੈ, ਪਿਤਾ ਬਾਹਰਲਾ ਹੱਥ ਹੈ। ਮਾਂ ਸਪੋਰਟ ਕਰਦੀ ਹੈ, ਪਿਤਾ ਘੜਦਾ ਹੈ। ਪਰਮਾਤਮਾ ਇਉਂ ਹੀ ਹੈ, ਬਾਹਰੋਂ ਸੰਸਾਰਕ ਰੂਪ ਦੇ ਵਿੱਚ ਥੱਪੜ ਮਾਰਦਾ, ਠੇਡੇ ਮਾਰਦਾ, ਠੋਕਰਾਂ ਮਾਰਦਾ, ਤੇ ਅੰਦਰੋਂ ਤੇਰੇ ਅੰਦਰ ਵਿਸ਼ਵਾਸ ਦੇ ਰੂਪ ਵਿੱਚ ਖੜਾ ਹੈ, ਔਰ ਤੈਨੂੰ ਯਕੀਨ ਹੈ ਕੋਈ ਨਹੀਂ, ਡਿੱਗੇ ਆ ਫਿਰ ਖੜੇ ਹੋਵਾਂਗੇ, ਡਿੱਗ ਡਿੱਗ ਕੇ ਸਵਾਰ ਹੋਈ। ਕਿੰਨੀ ਬਰੀਕ ਸੂਝ ਤੈਨੂੰ ਬਖਸ਼ ਰਿਹਾ, ਦਿਨੋਂ ਦਿਨ ਤੇਰੀ ਅੰਦਰੋਂ ਅੰਦਰੀ ਤਰੱਕੀ ਕਰ ਰਿਹਾ ਹੈ। ਕੌਣ ਹੈ ਇਹ? ਮਹਾਰਾਜ ਕਹਿੰਦੇ ਇਹ ਪ੍ਰਮਾਤਮਾ ਹੀ ਹੈ ਭਾਈ। ਤੇਰੀ ਰੋਜ਼ ਰੋਜ਼ ਸੰਭਾਲ ਕਰ ਰਿਹਾ, ਰੋਜ਼ ਰੋਜ਼ ਤੈਨੂੰ ਸਿਖਾ ਰਿਹਾ। ਡਿੱਗਦਾ ਉਹ ਚ ਵੀ ਸਿੱਖਿਆ, ਉੱਠਦਾ ਉਹਦੇ ਚ ਵੀ ਸਿੱਖਿਆ, ਜਿੱਤਦਾ ਉਹਦੇ ਚ ਵੀ ਸਿੱਖਿਆ, ਹਾਰਦਾ ਉਹਦੇ ਵਿੱਚ ਵੀ ਸਿੱਖਿਆ। ਹਾਰ ਤੇ ਦਰਅਸਲ ਹੈ ਹੀ ਨਹੀਂ, ਹਾਰ ਨਹੀਂ ਸਭ ਜਿੱਤ ਹੈ। ਹਾਰ ਤੇ ਹੈ ਹੀ ਨਹੀਂ, ਜਿੱਤ ਹੀ ਜਿੱਤ ਹੈ। ਡਿੱਗਦਾ ਤੇ ਹੈ ਹੀ ਨਹੀਂ, ਡਿੱਗ ਕੇ ਵੀ ਆਖਰ ਖੜਾ ਹੀ ਹੁੰਨਾ। ਇਹ ਤੈਨੂੰ ਤੇਰੀ ਸਮਝ ਹੈ ਬਸ। ਕਈ ਜਿੱਤ ਕੇ ਵੀ ਹਾਰ ਜਾਂਦੇ, ਕਈਆਂ ਨੂੰ ਸਮਝ ਹੈ ਵੀ ਹਾਰਿਆ ਨਹੀਂ ਮੈਂ, ਹਾਰ ਕੇ ਵੀ ਜਿੱਤ ਜਾਂਦੇ। ਜਿਨ੍ਹਾਂ ਨੂੰ ਸਮਝ ਆ ਗਈ, ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਸੇਵਕਾਂ ਨੂੰ ਰੋਜ਼ ਪਾਲਦਾ ਹੈ, ਨਿਤ ਪ੍ਰਤਪਾਰ ਹੈ। ਬਾਪ ਜੈਸੇ ਮਾਈ, ਜਿਵੇਂ ਪਿਓ ਆਪਣੀ ਔਲਾਦ ਨੂੰ, ਮਾਂ ਆਪਣੇ ਬੱਚਿਆਂ ਨੂੰ ਪਾਲਦੀ ਹੈ, ਸੰਭਾਲਦੀ ਹੈ, ਇਉਂ ਪ੍ਰਮਾਤਮਾ ਰੋਜ਼ ਰੋਜ਼ ਜੀਵ ਦੀ ਪਰਵਰਿਸ਼ ਕਰਦਾ ਹੈ। ਪ੍ਰਭ ਕੀ ਸ਼ਰਨ ਉਬਰੈ ਸਭ ਕੋਏ। ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਆਈਏ ਗੁਰਮੁਖੋ। ਉਬਰੈ ਸਭ ਕੋਏ, ਜਿਹੜਾ ਵੀ ਉਹਦੀ ਸ਼ਰਨ ਵਿੱਚ ਆਇਆ ਉਹ ਉਬਰਿਆ, ਨਿਕਲ ਗਿਆ, ਜਣੀ ਬਚ ਗਿਆ ਗੁਨਾਹਾਂ ਤੋਂ, ਬਚ ਗਿਆ ਪਾਪਾਂ ਤੋਂ, ਬਚ ਗਿਆ ਨਰਕਾਂ ਤੋਂ, ਬਚ ਗਿਆ ਦੋਸ਼ਾਂ ਤੋਂ, ਬਚ ਗਿਆ ਵਿਕਾਰਾਂ ਤੋਂ। ਕੌਣ? ਪ੍ਰਭ ਕੀ ਸ਼ਰਨ ਉਬਰੈ ਸਭ ਕੋਏ। ਜਿਹੜਾ ਕੋਈ ਵੀ ਆ ਗਿਆ, ਸਾਰੀ ਦੁਨੀਆ ਹੀ ਆ ਜਾਵੇ ਭਾਵੇਂ ਸ਼ਰਨ ਵਿੱਚ, ਸਾਰੀ ਵੱਜ ਜਾਣਗੇ। ਕਰਨ ਕਰਾਵਨ ਪੂਰਨ ਸੱਚ ਸੋਏ। ਫਿਰ ਜਦੋਂ ਉਹਦੇ ਬਣ ਜਾਈਏ ਫਿਰ ਸਮਝ ਪੈ ਜਾਂਦੀ ਹੈ ਕਰਨ ਵਾਲਾ, ਕਰਾਉਣ ਵਾਲਾ, ਪਰਿਪੂਰਨ ਉਹ ਸੱਚਾ ਵਾਹਿਗੁਰੂ ਹੀ ਹੈ। ਪਹਿਲਾਂ ਤੇ ਮੈਂ ਆਪਾਂ ਸੋਚ ਕੇ ਕਰਦੇ ਆ ਨਾ, ਮੈਂ ਕਰਨ ਵਾਲਾ, ਮੇਰੇ ਹੁਕਮ ਨਾਲ ਹੀ ਹੋ ਰਿਹਾ, ਮੈਂ ਜੇ ਨਾ ਕਹਾਂਗਾ ਤੇ ਕਿਵੇਂ ਹੋ ਜਾਏਗਾ। ਪਹਿਲਾਂ
ਬਾਅਦ ਵਿੱਚ ਇਹ ਸਮਝ ਪੈ ਜਾਂਦੀ ਕਰਨ ਵਾਲਾ ਕਰਾਉਣ ਵਾਲਾ ਉਹੀ ਹੈ। ਮੈਂ ਤਾਂ ਇੱਕ ਜਰੀਆ, ਮੈਂ ਤੇ ਇੱਕ ਛੋਟਾ ਜਿਹਾ ਟੂਲ ਹਾਂ। ਚੱਲਦੇ ਇੰਜਣ ਦੇ ਵਿੱਚ ਇੱਕ ਛੋਟੀ ਜੀ, ਇੱਕ ਮੈਂ ਤੇ ਰਬੜ ਰਿੰਗ ਦੀ ਤਰ੍ਹਾਂ, ਇੱਕ ਵਾਸ਼ਲ ਦੀ ਤਰ੍ਹਾਂ। ਉਹਦੀ ਵੀ ਇੱਕ ਆਪਣੀ ਇੰਪੋਰਟੈਂਸ ਹੈ, ਉਹਦੀ ਵੀ ਆਪਣੀ ਇੱਕ ਥਾਂ ਹੈ, ਉਹਦੇ ਬਿਨਾਂ ਵੀ ਕਿਤੇ ਨਾ ਕਿਤੇ ਕਮੀ ਹੈ। ਪਰ ਸਾਰਾ ਕੁਝ ਉਹ ਨਹੀਂ, ਇੱਕ ਪਾਰਟ ਹੈ ਇਸ ਬ੍ਰਹਿਮੰਡ ਦਾ। ਉਹ ਪੂਰੇ ਬ੍ਰਹਿਮੰਡ ਵਿੱਚ ਸਮਾਇਆ ਹੋਇਆ, ਮੇਰੇ ਵਿੱਚ ਵੀ ਸਮਾਇਆ। ਮੈਂ ਵੀ ਉਹਦਾ ਹੀ ਰੂਪ ਹਾਂ, ਮੇਰੇ ਰਾਹੀਂ ਵੀ ਉਹੀ ਕਰਾ ਰਿਹਾ। ਜੇ ਉਹ ਕਰਨ ਵਾਲਾ ਹੈ, ਕਰਾਉਣ ਵਾਲਾ ਹੈ, ਤੇ ਫਿਰ ਮੇਰੇ ਵਿੱਚ ਵੀ ਉਹੀ ਹੈ, ਫਿਰ ਤਾਂ ਹੀ ਮੈਂ ਕਰ ਰਿਹਾ। ਉਹ ਕਰਤਾ ਹੈ, ਮੇਰੇ ਰਾਹੀਂ ਕਰ ਰਿਹਾ, ਮੇਰੇ ਤੋਂ ਕਰਵਾ ਰਿਹਾ। ਇਉਂ ਸਮਝ ਕੇ ਗੁਰਸਿੱਖ ਕੰਮ ਕਰਦਾ। ਕਰਨ ਕਰਾਵਨ ਪੂਰਨ ਸੱਚ ਸੋਇਓ ਪਰਿਪੂਰਨ ਹੈ, ਸੱਚਾ ਹੈ ਸੋਏ ਉਸੇ ਦੀ ਹਸਤੀ, ਸੋਏ ਸ਼ੋਭਾ ਵਾਲਾ ਹੈ, ਸੱਚ ਸਰੂਪ ਹੈ। ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ। ਆਵ ਮਨ ਵਸਿਆ ਕਰਨੈ ਹਾਰਾ। ਹੁਣ ਮੇਰੇ ਮਨ ਵਿੱਚ ਕਰਨ ਵਾਲਾ ਵਾਹਿਗੁਰੂ ਵਸ ਗਿਆ। ਮਨ ਵਿੱਚ ਵਸ ਜਾਏ, ਇਹੀ ਵੱਡੀ ਗੱਲ ਹੈ। ਕਈ ਵਾਰ ਮਨ ਚ ਵਸਦਾ ਨਹੀਂ, ਕਈ ਵਾਰ ਇਹ ਹੁੰਦਾ ਮੈਂ ਹੀ ਕਰਨ ਵਾਲਾ, ਮੇਰੇ ਸਿਰ ਤੇ ਹੀ ਸਾਰਾ ਵਜਨ, ਪੂਰੀ ਦੀ ਪੂਰੀ ਧਰਤੀ ਦਾ ਭਾਰ ਮੇਰੇ ਸਿਰ ਤੇ, ਮੈਂ ਹੀ ਸਭ ਕੁਝ ਚੁੱਕਿਆ। ਫਿਰ ਕਿੰਨਾ ਪਰੇਸ਼ਾਨ ਹੋਏਗਾ ਬੰਦਾ। ਪਰ ਜਦੋਂ ਇਹ ਸਮਝੇਗਾ ਮੈਂ ਕੁਝ ਵੀ ਨਹੀਂ, ਮੈਂ ਤਾਂ ਇੱਕ ਛੋਟਾ ਜਿਹਾ ਹਿੱਸਾ ਇਸ ਯੂਨੀਵਰਸ ਦਾ, ਇਸ ਸ੍ਰਿਸ਼ਟੀ ਦਾ, ਇਸ ਬ੍ਰਹਿਮੰਡ ਦਾ, ਇੱਕ ਕਣ ਦੀ ਤਰ੍ਹਾਂ। ਕਰਨ ਵਾਲਾ ਉਹ ਹੈ। ਤੇ ਜਦੋਂ ਇਹ ਗੱਲ ਸਮਝ ਆਏਗੀ, ਫਿਰ ਬਿਲਕੁਲ ਚਿੰਤਾ ਮੁਕਤ ਹੋ ਜਾਵਾਂਗੇ। ਉਹਦੇ ਹੱਥਾਂ ਵਿੱਚ ਆਪਣੇ ਆਪ ਨੂੰ ਛੱਡ ਦੇਵਾਂਗੇ, ਫਿਰ ਮਹਿਫੂਜ਼ ਹਾਂ। ਭੈ ਬਿਨਸੇ ਆਤਮ ਸੁਖ ਸਾਰਾ। ਕਹਿੰਦੇ ਜਦੋਂ ਇਹ ਗੱਲ ਮਨ ਵਿੱਚ ਆ ਜਾਏ, ਪ੍ਰਮਾਤਮਾ ਮਨ ਵਿੱਚ ਵਸ ਜਾਏ, ਫਿਰ ਡਰ ਮੁੱਕ ਜਾਣਗੇ, ਫਿਰ ਫਿਕਰ ਨਹੀਂ। ਭੈ ਬਿਨਸੇ ਆਤਮ ਸੁਖ ਸਾਰਾ। ਆਤਮਿਕ ਸੁਖ ਮਿਲੇਗਾ। ਫਿਰ ਸਾਰੇ ਦਾ ਸਾਰਾ ਸੁਖ, ਵੱਡਾ ਸੁਖ ਜਾਂ ਸਾਰ ਨਿਚੋੜ ਸੁੱਖਾਂ ਦਾ ਆਤਮਿਕ ਸੁਖ ਹੈ। ਮਨ ਨੂੰ ਸੁਖ ਮਿਲ ਜਾਏਗਾ, ਮਨ ਦੁੱਖਾਂ ਤੋਂ ਛੁਟਕਾਰਾ ਹੋ ਜਾਏਗਾ ਤੇ ਸੁੱਖਾਂ ਵਿੱਚ ਉਹਦਾ ਵਿਸ਼ਰਾਮ ਹੋ ਜਾਏਗਾ। ਕਰ ਕਿਰਪਾ ਆਪਣੇ ਜਨ ਰਾਖੇ। ਕਰ ਕਿਰਪਾ, ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਜਦੋਂ ਵੀ ਆਪਣੇ ਜਨਾਂ ਤੇ ਕਿਰਪਾ ਕੀਤੀ, ਉਹਨਾਂ ਦੀ ਰੱਖਿਆ ਕੀਤੀ ਹੈ। ਭਾਈ ਤੁਹਾਡੀ ਵੀ ਕੀਤੀ ਹੋਏਗੀ ਹਜ਼ਾਰਾਂ ਵਾਰ। ਮਾਂ ਦੇ ਉਦਰ ਵਿੱਚ ਕਿਹਨੇ ਰੱਖਿਆ? 10 ਮਾਸ ਮਾਤਾ ਉਦਰ ਰੱਖੈ, ਲੱਗਣ ਦੇਤ ਨਾ ਸੇਕ। ਜਠ ਰਾਗਨੀ, ਮਾਂ ਦੇ ਪੇਟ ਦੇ ਵਿੱਚ ਜਠ ਰਾਗਨੀ ਹੈ। ਮਾਂ ਅਗਰ ਰੋਟੀ ਪਾਣੀ ਛਕਦੀ ਹੈ, ਖਾਂਦੀ ਹੈ, ਪਚ ਜਾਂਦਾ, ਮਿੱਟੀ ਬਣ ਜਾਂਦਾ। ਹੋਰ ਕੋਈ ਸਖਤ ਤੋਂ ਸਖਤ ਚੀਜ਼ ਖਾ ਲਓ, ਉਹ ਵੀ ਪਚ ਜਾਏਗੀ, ਪੇਟ ਅੰਦਰ ਅਗਨੀ ਹੈ। ਪਰ ਕਿਵੇਂ ਸੰਭਾਲ ਕੇ ਰੱਖਦਾ, ਕਿਵੇਂ ਲੇਪ ਕਰਕੇ ਰੱਖਦਾ, ਕਿਵੇਂ ਸੰਭਾਲਦਾ, ਇਹ ਪ੍ਰਮਾਤਮਾ ਸਾਂਭਦਾ। ਇਹ ਯਕੀਨ ਕਰੋ, ਮਹਾਰਾਜ ਕਹਿੰਦੇ। ਇਉਂ ਹੀ ਜਿਵੇਂ ਬਾਹਰ, ਜਿਵੇਂ ਮਾਂ ਦੇ ਉਦਰ ਵਿੱਚ, ਐਸੇ ਤਰ੍ਹਾਂ ਹੀ ਬਾਹਰਲੀ ਮਾਇਆ। ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਗੁਰੂ ਅਮਰਦਾਸ ਜੀ ਦਾ ਵਚਨ ਕਹਿੰਦੇ, ਜਿਵੇਂ ਮਾਂ ਦੇ ਉਦਰ ਵਿੱਚ ਰੱਖਿਆ ਕਰਦਾ, ਏਦਾਂ ਹੀ ਬਾਹਰ ਮਾਇਆ ਵਿੱਚ ਰੱਖਦਾ, ਹੱਥ ਦੇ ਕੇ ਰੱਖਦਾ। ਸੰਸਾਰ ਵਿੱਚ ਮਾਇਆ ਜਿਹੜੀਆਂ ਬਾਹਰਲੀ ਰਚਨਾ। ਮਹਾਰਾਜ ਕਹਿੰਦੇ, ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਵਿਖ ਲਾਥੇ। ਕਹਿੰਦੇ ਜਨਮਾਂ ਜਨਮਾਂਤਰਾਂ ਦੇ ਕਿਲ ਵਿਖ, ਭੈੜੇ ਬੱਜਰ ਤੋਂ ਬੱਜਰ ਪਾਪ ਵੀ ਗੁਰਸਿੱਖਾਂ ਦੇ ਲਾਥੇ ਲੱਥ ਜਾਂਦੇ ਆ, ਕੱਟੇ ਜਾਂਦੇ ਆ, ਦੂਰ ਕਰ ਦਿੰਦਾ ਹੈ। ਕਹੋ ਨਾਨਕ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ। ਕਹਿਣ ਨਾ ਜਾਏ ਪ੍ਰਭ ਕੀ ਵਡਿਆਈ। ਪ੍ਰਭੂ ਦੀਆਂ ਵਡਿਆਈਆਂ ਵੱਡੀਆਂ ਨੇ। ਤੁਹਾਡਾ ਸਾਡਾ ਮੂੰਹ ਛੋਟਾ ਹੈ, ਕਿੰਨੀਆਂ ਕਹਾਂਗੇ, ਕਹਿ ਹੀ ਨਹੀਂ ਸਕਦੇ। ਹੁਣ ਇਹਦਾ ਇਹ ਮਤਲਬ ਨਹੀਂ ਵੀ ਵਡਿਆਈ ਕਰਨੀ ਨਾ, ਸਮਝੋ। ਵਡਿਆਈਆਂ ਕਰੀ ਜਾਓ, ਕਰੀ ਜਾਓ, ਪਰ ਇਹ ਸਮਝੋ ਮੈਂ ਸਾਰੀ ਜ਼ਿੰਦਗੀ ਵਡਿਆਈ ਕਰਨੀ, ਮੈਂ ਅੰਤ ਨਹੀਂ ਪਾ ਸਕਦਾ, ਮੁੱਕਣੀਆਂ ਨਹੀਂ ਉਹਦੀ।
ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੁਕਾਉਣ ਵਾਸਤੇ ਲੱਗੇ ਹੋ, ਮੁਕਾ ਤਾਂ ਸਕਦੇ ਨਹੀਂ, ਪਰ ਇਹਦਾ ਦੂਜਾ ਅਰਥ ਇਹ ਵੀ ਨਹੀਂ ਕੱਢਣਾ ਜੇ ਮੁਕਾ ਨਹੀਂ ਸਕਦੇ ਚਲੋ ਆਪਾਂ ਕਾਹਨੂੰ ਜੀ ਨਾਮ, ਜੇ ਆਪਾਂ ਜਪੇ ਨਹੀਂ ਸਕਦੇ, ਆਪਾਂ ਵਡਿਆਈ ਕਰ ਨਹੀਂ ਸਕਦੇ ਤੇ ਵਡਿਆਈ ਕਾਹਨੂੰ ਕਰੀਏ, ਫਿਰ ਨਿੰਦਿਆ ਕਰ ਲਈਏ, ਐਸਾ ਵੀ ਨਹੀਂ ਨਾ, ਐਸਾ ਨਹੀਂ। ਜਣੀ ਕੋਈ ਬੰਦਾ ਚਮਚ ਸਮੁੰਦਰ ਦਾ ਅੰਤ ਨਹੀਂ ਪਾ ਸਕਦਾ, ਪਰ ਚਮਚ ਦਾ ਤੇ ਅੰਤ ਹੈਗਾ ਨਾ। ਚਮਚ ਆਪਣੇ ਆਪ ਨੂੰ ਪਾਣੀ ਨਾਲ ਭਰ ਤੇ ਸਕਦਾ ਹੈ। ਕੋਈ ਬੰਦਾ, ਕੱਲਾ ਬੰਦਾ ਸਮੁੰਦਰ ਨੂੰ ਪੀ ਜਾਏਗਾ ਕਿਤੇ? ਨਹੀਂ ਪੀ ਸਕਦਾ, ਮੁਕਾ ਨਹੀਂ ਸਕਦਾ। ਆਖੇ ਜੀ ਮੈਂ ਤੇ ਮੁਕਾ ਨਹੀਂ ਸਕਦਾ, ਉਹ ਤੂੰ ਮੁਕਾ ਵੀ ਨਹੀਂ ਸਕਦਾ ਤੇ ਮੁਕਾਣਾ ਵੀ ਨਹੀਂ ਤੈਂ, ਸਿਰਫ ਤੂੰ ਆਪਣੀ ਪਿਆਸ ਬੁਝਾਣੀ ਹੈ, ਬਸ ਤੂੰ ਪਾਣੀ ਪੀਣਾ ਆਪਣੀ ਪਿਆਸ ਬੁਝਾਉਣ ਲਈ। ਇਉਂ ਗੁਰੂ ਸਾਹਿਬ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਹੈ ਜਿਹੜਾ, ਤੂੰ ਉਹਦੀ ਵਡਿਆਈ ਕਰ, ਉਹਦੇ ਗੁਣ ਗਾ, ਪਰ ਇੰਨੀ ਗੱਲ ਜ਼ਰੂਰ ਹੈ ਉਹਦੀ ਵਡਿਆਈ ਦਾ ਤੂੰ ਅੰਤ ਨਹੀਂ ਪਾ ਸਕਦਾ। ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਫਿਰ ਕੀ ਕਰੀਏ? ਨਾਨਕ ਦਾਸ ਸਦਾ ਸ਼ਰਨਾਈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਕਹਿੰਦੇ ਮੈਂ ਤਾਂ ਹਮੇਸ਼ਾ ਪ੍ਰਭੂ ਵਾਹਿਗੁਰੂ ਦੀ ਸ਼ਰਨਾਈ, ਸ਼ਰਨ ਵਿੱਚ ਆ ਗਿਆ। ਮੈਨੂੰ ਇਸ ਗੱਲ ਦੀ ਸਮਝ ਹੈ, ਮੈਂ ਉਹਦੀਆਂ ਵਡਿਆਈਆਂ ਦਾ ਅੰਤ ਨਹੀਂ ਪਾ ਸਕਦਾ, ਪਰ ਹਾਂ ਵਡਿਆਈ ਗਾਉਣ ਦਾ ਲਾਭ ਇਹ ਹੋ ਗਿਆ, ਉਹਦੀ ਸਿਫਤ ਕਰਨ ਦਾ, ਨਾਮ ਜਪਣ ਦਾ, ਉਹਦੀ ਸ਼ਰਨ ਵਿੱਚ ਆ ਗਿਆ। ਹੁਣ ਮੈਂ ਆਪਣੇ ਆਪ ਨੂੰ ਮਹਿਫੂਜ਼ ਫੀਲ ਕਰਦਾ, ਸਮਝਦਾ ਵੀ ਮੇਰੇ ਆਲੇ ਦੁਆਲੇ ਕੋਈ ਹੈ ਹਸਤੀ ਜੋ ਮੈਨੂੰ ਬਚਾ ਰਹੀ ਹੈ, ਮੈਨੂੰ ਚਲਾ ਰਹੀ ਹੈ, ਜੋ ਮੇਰੇ ਨਾਲ ਖੜੀ ਹੈ। ਇਹ ਲਾਭ ਹੈ। ਰਾਗ ਗੌੜੀ ਚੇਤੀ ਮਹੱਲਾ ਪੰਜਵਾ ਦੁਪਦੇ। ਰਾਗ ਗੌੜੀ ਦੇ ਅੰਦਰ ਚੇਤੀ ਗੌੜੀ ਦੀ ਕਿਸਮ ਹੈ। ਮਹੱਲਾ ਪੰਜਵਾਂ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਰਸਨਾ ਤੋਂ ਉਚਾਰੀ ਬਾਣੀ ਦੁਪਦੇ, ਦੋ ਪਦਿਆਂ ਵਾਲਾ ਇਹ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਮਾਤਮਾ ਇੱਕ ਹੈ, ਸਤਿਗੁਰੂ ਦੀ ਓੰਕਾਰ ਸਰਬ ਪ੍ਰਕਾਸ਼ਕ ਹੈ। ਉਚਾਰਨ ਦੇ ਨਾਲ ਹੀ ਇੱਕ ਓੰਕਾਰ ਕਹਿਣ ਨਾਲ ਹੀ ਤੁਹਾਡੀ ਰੱਖਿਆ ਕਰਦਾ ਹੈ। ਸਤਿਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ ਕਿਰਪਾ ਨਾਲ ਉਹਦੇ ਨਾਮ ਨੂੰ ਜਪੀਏ। ਰਾਮ ਕੋ ਬਲ ਪੂਰਨ ਭਾਈ। ਹੇ ਮੇਰੇ ਭਾਈ, ਗੁਰੂ ਅਰਜਨ ਦੇਵ ਜੀ ਕਹਿ ਰਹੇ ਰਾਮ ਕੋ ਬਲ, ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਬਲ ਹੈ, ਉਹਦੀ ਜਿਹੜੀ ਸ਼ਕਤੀ ਹੈ ਪੂਰਨ ਹੈ। ਬੰਦਿਆਂ ਦੀ ਸ਼ਕਤੀ ਸੀਮਤ ਹੈ। ਕਿਸੇ ਬੰਦੇ ਦੀ ਆਪਣੇ ਪਿੰਡ ਵਿੱਚ ਸ਼ਕਤੀ ਚੱਲਦੀ, ਕਿਸੇ ਦੀ ਆਪਣੇ ਜ਼ਿਲ੍ਹੇ 'ਚ ਚੱਲਦੀ, ਕਿਸੇ ਦੀ ਆਪਣੀ ਦੇਸ਼ 'ਚ ਚੱਲਦੀ, ਕਿਸੇ ਦੀ ਆਪਣੀ ਪੂਰੀ ਦੀ ਪੂਰੀ ਸਟੇਟ ਵਿੱਚ ਜਾਂ ਕੰਟਰੀ ਵਿੱਚ ਚੱਲਦੀ ਹੈ, ਦੇਸ਼ ਵਿੱਚ, ਪੂਰੇ ਦੇ ਵੱਡੇ ਦੇਸ਼ ਵਿੱਚ ਚੱਲਦੀ, ਕਿਸੇ ਦੀ ਦੇਸ਼ਾਂ ਤੋਂ ਬਾਹਰ ਵੀ ਚੱਲਦੀ, 1 'ਚ 2 'ਚ ਚੱਲਦੀ, 5 'ਚ ਚੱਲਦੀ, 10 ਦੇਸ਼ਾਂ ਵਿੱਚ ਚੱਲਦੀ, ਯੂਨੀਅਨ ਵਿੱਚ ਚੱਲਦੀ, ਏਸ਼ੀਆ ਵਿੱਚ ਚੱਲਦੀ। ਪਰ ਪਰਮਾਤਮਾ ਦੀ ਕਹਿੰਦੇ ਉਹਦੀ ਹਰ ਕਿਤੇ ਚੱਲਦੀ। ਰਾਮ ਕੋ ਬਲ ਪੂਰਨ ਭਾਈ। ਪਰਮਾਤਮਾ ਦਾ ਬਲ ਹਿੰਦੁਸਤਾਨ 'ਚ ਵੀ ਹੈ ਤੇ ਉਹਦੀ ਸ਼ਕਤੀ ਪਾਕਿਸਤਾਨ 'ਚ ਵੀ ਚੱਲਦੀ। ਪਾਕਿਸਤਾਨ ਦੀ ਇੱਥੇ ਥੋੜਾ ਚੱਲੇਗੀ, ਨਾ ਸਾਡੀ ਉਧਰ ਚੱਲਣੀ, ਨਾ ਉਹ ਮੰਨਦੇ ਸਾਡੀ, ਪਰ ਪਰਮਾਤਮਾ ਦੀ ਇੱਥੇ ਵੀ ਚੱਲਦੀ, ਉੱਥੇ ਵੀ ਚੱਲਦੀ। ਪਰਮਾਤਮਾ ਦੀ ਤਾਂ ਉੱਥੇ ਵੀ ਚੱਲਦੀ ਹੈ ਜਿੱਥੇ ਪਰਮਾਤਮਾ ਨੂੰ ਮੰਨਦੇ ਵੀ ਨਹੀਂ, ਉਹਦੀ ਤਾਕਤ ਐਸੀ ਹੈ। ਰਸ਼ੀਆ ਵਰਗੇ ਨਾਸਤਿਕ ਮੁਲਕ ਨੇ ਜਿੱਥੇ, ਉੱਥੇ ਵੀ ਉਹਦੀ ਚੱਲਦੀ ਹੈ, ਉਹਦੀ ਮੋੜਨ ਵਾਲਾ ਕੋਈ ਹੈ ਨਹੀਂ। ਰਾਮ ਕੋ ਬਲ ਪੂਰਨ ਭਾਈ। ਉਹਦਾ ਬਲ, ਉਹਦਾ ਹੁਕਮ, ਉਹਦੀ ਤਾਕਤ, ਉਹਦੀ ਪਕੜ ਹਰੇਕ ਜਗ੍ਹਾ, ਉਹ ਪੂਰਨ ਬਲ ਵਾਲਾ। ਉਹਦਾ ਬਲ ਸ਼ਕਤੀ ਕਦੇ ਵੀ ਘਟਦੀ ਨਹੀਂ, ਨਾ ਘਟਦੀ ਹੈ ਨਾ ਘਟੀ ਹੈ। ਤਾਤੇ ਬਿਰਥਾ ਨਾ ਵਿਆਪੈ ਕਾਈ। ਇਸ ਲਈ ਹੈ ਭਾਈ, ਕੋਈ ਵੀ ਬਿਰਥਾ, ਕੋਈ ਦੁੱਖ ਗੁਰਸਿੱਖ ਨੂੰ ਵਿਆਪਦਾ ਨਹੀਂ। ਵੱਡੇ ਵੱਡੇ ਦੁੱਖਾਂ ਨੂੰ, ਪਹਾੜਾਂ ਨੂੰ ਛੋਟੀਆਂ ਛੋਟੀਆਂ ਕੰਕਰ ਬਣਾ ਕੇ ਰੱਖ ਦਿੰਦਾ। ਵੱਡੇ ਵੱਡੇ ਦੁੱਖ ਹੋਣ, ਉਹਨਾਂ ਦੁੱਖਾਂ ਨੂੰ ਪਹਾੜ ਲੰਘਣੇ ਪੈਣ ਨਾ ਸਿੱਖ ਨੂੰ, ਪਹਾੜਾਂ ਦੀ ਥਾਂ ਕੰਕਰ ਬਣਾ ਕੇ ਰੱਖ ਦਿੰਦਾ। ਕੋਈ ਕੰਕਰਾਂ ਨੂੰ ਵੇਖ ਵੇਖ ਰੋਈ ਜਾਏ ਤੇ ਰੋਈ ਜਾਏ, ਮਰਜ਼ੀ ਉਹਦੀ। ਮੇਰੇ ਪੈਰ 'ਚ ਕੰਕੜ ਕਿਉਂ ਚੁੱਭ ਗਿਆ? ਓਏ ਤੂੰ ਕੰਕੜ ਨੂੰ ਰੋਣਾ, ਤੇਰੇ ਤੇ ਪਹਾੜ ਡਿੱਗਣੇ ਸੀ।
ਤੇਰਾ ਨਾਮੋ ਨਿਸ਼ਾਨ ਮਿਟ ਜਾਣਾ ਸੀ। ਐਵੇਂ ਆਦਤ ਨਾ ਪਾ ਰੋਣ ਦੀ, ਸ਼ੁਕਰ ਕਰਿਆ ਕਰ। ਕੀ ਪਤਾ ਇਹ ਜਿਹੜਾ ਛੋਟਾ ਜਿਹਾ ਕੰਕਰ ਹੈ ਕਿੰਨਾ ਕੁ ਦੁੱਖ ਦੇਣ ਵਾਲਾ ਤੇਰੇ ਸਾਹਮਣੇ ਖੜਾ ਹੋਣਾ ਸੀ। ਇਹ ਗੱਲਾਂ ਨੂੰ ਸਮਝ ਕੇ ਚੱਲ। ਉਸ ਵਾਹਿਗੁਰੂ ਤੇ ਜਦੋਂ ਯਕੀਨ ਹੋਏਗਾ ਫੇਰ ਇਹ ਗੱਲ ਦੀ ਸਮਝ ਲੱਗੇਗੀ। ਪਹਿਲਾਂ ਪਹਿਲਾਂ ਉਦਾਂ ਹੀ ਲੱਗਦੀਆਂ ਗੱਲਾਂ ਇਹ ਕਿ ਤਾਂ ਜੀ ਉਦਾਂ ਹੀ ਧਰਵਾਸ ਨੇ ਜੀ। ਉਹ ਤੁਸੀਂ ਦੁਨੀਆ ਨੂੰ ਵੇਖੋ ਤੇ ਸਹੀ, ਕਿਸੇ ਦੁੱਖ ਲੋਕਾਂ ਦੇ, ਤੁਹਾਡੇ ਦੁੱਖ ਤੇ ਕੁਛ ਵੀ ਨਹੀਂ ਗੁਰਸਿੱਖੋ। ਗੁਰਸਿੱਖ ਨੂੰ ਤੇ ਦੁੱਖ ਗੁਰੂ ਆਉਣੇ ਨਹੀਂ ਦਿੰਦਾ। ਦੁਨੀਆ ਇੰਨੀ ਦੁਖੀ ਆ, ਤੜਫਦੀ ਪਈ ਆ। ਅਸੀਂ ਤੇ ਚੰਗੇ ਭਲੇ ਖਾਂਦੇ ਪੀਂਦੇ ਵੀ ਕਈ ਵਾਰੀ ਸ਼ਿਕਵੇ ਕਰਦੇ ਰਹਿੰਦੇ ਆ। ਫਿਰ ਇਲਾਜ ਕੀ ਹੋ ਸਕਦਾ ਤੁਹਾਡਾ? ਫਿਰ ਤਾਂ ਇਹੀ ਹੈ ਵੀ ਆਖਰ ਤੁਸੀਂ, ਜਿਹੜਾ ਬੰਦਾ ਸ਼ਿਕਵੇ ਕਰਨ ਲੱਗ ਗਿਆ ਆਖਰ ਉਹਨੇ ਟੁੱਟਣਾ ਹੀ ਟੁੱਟਣਾ। ਸਮਝੋ ਗੁਰਦੁਆਰਿਆਂ ਨੂੰ ਹਟ ਜਾਏਗਾ, ਕਿਉਂਕਿ ਯਕੀਨ ਨਹੀਂ ਨਾ। ਜਿਹੜਾ ਸ਼ੁਕਰ ਵਿੱਚ ਹੈ, ਯਕੀਨ ਵਿੱਚ ਹੈ, ਉਹ ਨਹੀਂ ਟੁੱਟੇਗਾ। ਇਸ ਲਈ ਗੁਰਸਿੱਖ ਨੂੰ ਗੁਰੂ ਸਾਹਿਬ ਕਹਿੰਦੇ ਯਕੀਨ ਹੈ ਕਿ ਮੇਰਾ ਗੁਰੂ ਮੈਨੂੰ ਦੁੱਖ ਲੱਗਣ ਨਹੀਂ ਦੇਗਾ। ਜੇ ਆਏਗਾ ਵੀ ਉਹਨੂੰ ਵੀ ਟਾਲ ਦੇਗਾ, ਪਰਾਂ ਦੀ ਪਰਾਂ ਕੱਢ ਦੇਗਾ। ਕਿੰਨੀ ਵਾਰ ਆ ਦੇਖੋ ਪਿੱਛੇ ਜੇ ਕਹਿੰਦੇ ਲਓ ਜੀ ਐਡਾ ਵੱਡਾ ਤਾਰਾ ਟੁੱਟ ਗਿਆ ਜੀ, ਧਰਤੀ ਤੇ ਸਿੱਧਾ ਹੀ ਵੱਜੂਗਾ ਜੀ, ਮਰ ਜਾਵਾਂਗੇ। ਉਦੋਂ ਕਿੰਨਾ ਪਿੱਛੇ ਜੇ ਰੌਲਾ ਪਿਆ ਸੀ, ਕਿੱਧਰ ਗਿਆ ਤਾਰਾ? ਕਹਿੰਦੇ ਜੀ ਸਾਈਡ ਜੇ ਨੂੰ ਟਲ ਗਿਆ, ਕਿਤੇ ਹੋਰ ਪਾਸੇ ਜਾ ਟਿਕਿਆ। ਏਦਾਂ ਹੀ ਹੈ। ਇਹ ਤਾਂ ਗੱਲਾਂ ਤੁਸੀਂ ਸਮਝਦੇ ਨਾ। ਏਦਾਂ ਹੀ ਤੁਹਾਡਾ ਜੀਵਨ ਹੈ। ਦੁੱਖ ਆਉਂਦਾ ਬਹੁਤ ਵੱਡਾ, ਲੈ ਵੀ ਗਏ, ਮਰ ਗਏ, ਖਤਮ। ਪਰ ਜਦੋਂ ਨੇੜੇ ਹੋ ਕੇ ਵੇਖੀਦਾ ਬਸ ਹੋਣਾ ਸੀ ਵੱਡਾ ਦੁੱਖ, ਉਹ ਤੇ ਫਿਣਸੀਓ ਨਿਕਲਿਆ ਹੀ, ਛੋਟੀ ਜਿਹੀ ਏਦਾਂ ਹੀ ਟਾਲ ਦਿੱਤੀ। ਜਾਣੀ ਸੀ ਅੱਖ, ਗੁਰੂ ਨੇ ਕੇਵਲ ਲਾਲੀ ਜੀ ਲਿਆਂਦੀ, ਥੋੜਾ ਪਤਾ ਵੀ ਲੱਗੇ ਨਾ, ਲਾਲ ਜੀ ਹੋ ਕੇ ਲੰਘ ਗਈ। ਜੇ ਤੂੰ ਹੁਣ ਰੋਈ ਜਾਵੇਂ ਮੇਰੀ ਅੱਖ ਲਾਲ ਕਿਉਂ ਹੋ ਗਈ, ਸ਼ੁਕਰ ਕਰ ਲਾਲ ਹੈ। ਹੋਰ ਤਰ੍ਹਾਂ ਦੀ ਵੀ ਹੋ ਸਕਦੀ ਸੀ, ਜਾ ਵੀ ਸਕਦੀ ਸੀ। ਉਂਗਲ ਗਈ, ਹੱਥ ਵੀ ਜਾ ਸਕਦਾ ਸੀ। ਹੱਥ ਗਿਆ, ਬਾਂਹ ਵੀ ਜਾ ਸਕਦਾ ਸੀ। ਬਾਂਹ ਗਈ, ਸਿਰ ਵੀ ਜਾ ਸਕਦਾ ਸੀ। ਇਹ ਤਾਂ ਤੇਰੀ ਸੋਚ ਹੈ। ਜੇ ਤੂੰ ਆਪਣੀ ਸੋਚ ਨੂੰ ਨੈਗੇਟਿਵ ਰੱਖੇਗਾ ਤਾਂ ਫਿਰ ਦੁੱਖ ਮੁੱਕਣੇ ਹੀ ਨਹੀਂ ਤੇਰੀ ਜ਼ਿੰਦਗੀ 'ਚ। ਫਿਰ ਤਾਂ ਤੂੰ, ਰੱਬ ਵੀ ਆ ਜਾਏ ਤੈਨੂੰ ਰੱਬ 'ਚ ਵੀ ਨੁਕਸ ਲੱਭ ਜਾਣਗੇ। ਜੇ ਤੂੰ ਉਸਾਰੂ ਸੋਚ ਵਾਲਾ, ਪੋਜ਼ਿਟਿਵ ਥਿੰਕ ਹੈ ਤੇਰੀ, ਤੇ ਫਿਰ ਤੂੰ ਸਮਝੇਗਾ ਉਹਦੀਆਂ ਗੱਲਾਂ ਨੂੰ, ਕਿਉਂਕਿ ਉਹ ਪੋਜ਼ਿਟਿਵਿਟੀ ਦਾ ਭਰਿਆ ਹੋਇਆ ਪਰਮਾਤਮਾ। ਉਹ ਨੈਗੇਟਿਵਿਟੀ ਨਹੀਂ ਹੈ, ਅੰਧੇਰ ਨਹੀਂ ਹੈ, ਪ੍ਰਕਾਸ਼ਮਈ ਆ। ਜੇ ਤੇਰੇ ਅੰਦਰ ਕੋਈ ਆਸ ਦੀ, ਪ੍ਰਕਾਸ਼ ਦੀ ਕਿਰਨ ਹੋਏਗੀ ਤਾਂ ਸਮਝ ਲੱਗੇਗੀ ਤੈਨੂੰ। ਛੋਟੀ ਜੀ ਚੀਜ਼ ਵੀ ਜਿਹੜੀ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਭੁਲਾ ਦਿੰਦੀ ਹੈ। ਟੈਗੋਰ ਨੇ ਇੱਕ ਬੜੀ ਸੋਹਣੀ ਗੱਲ ਲਿਖੀ, ਮੈਂ ਦੱਸਾਂ। ਉਹਨੇ ਇੱਕ ਦਿਨ ਬੈਠੇ ਲਿਖ ਰਹੇ ਸੀ ਟੈਗੋਰ, ਕੁਝ ਲਿਖਦੇ ਲਿਖਦੇ ਤੇ ਉਹਨੇ ਕੀ ਕੀਤਾ ਵੀ ਇੱਕ ਕਵਿਤਾ ਲਿਖਦੇ ਸਨ, ਬੰਗਾਲ ਦੇ ਸਨ ਤੇ ਬੰਗਾਲੀ ਵਿੱਚ ਲਿਖਦੇ ਸਨ। ਕਵਿਤਾ ਪੂਰੀ ਹੋ ਗਈ, ਉਹਨੇ ਜੋ ਦੀਵਾ ਸੀ ਉਹਨੂੰ ਫੂਕ ਮਾਰ ਦਿੱਤਾ। ਤੇ ਦੀਵੇ ਨੂੰ ਫੂਕ ਮਾਰੀ, ਹਨੇਰਾ ਹੋ ਗਿਆ ਤੇ ਇੱਕਦਮ ਤਾਕੀ ਬਿਜਲੀ ਵੇਖਿਆ, ਨਜ਼ਾਰਾ ਆ ਗਿਆ। ਕੀ ਵੇਖਿਆ? ਅਸਮਾਨ ਦੇ ਵਿੱਚ ਇੰਨੇ ਤਾਰੇ, ਰਾਤ ਬੜੀ ਸੋਹਣੀ ਖਿੜੀ ਹੋਈ, ਐਡਾ ਵੱਡਾ ਚੰਦਰਮਾ ਪੁੰਨਿਆਂ ਦਾ। ਤੇ ਉਹਨੇ ਸਿਰ ਕੱਢ ਕੇ ਵੇਖਿਆ, ਹਾ 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 ਕਿੰਨਾ ਸੋਹਣਾ ਚੰਦਰਮਾ, ਕਿੰਨੇ ਸੋਹਣੇ ਤਾਰੇ, ਕਿੰਨੀ ਸੋਹਣੀ ਰਾਤ। ਫਿਰ ਉਹਨੇ ਕਿਹਾ, ਉਹਨੇ ਲਿਖਿਆ, ਕਹਿੰਦਾ ਕਵਿਤਾ ਲਿਖ ਰਿਹਾ ਸੀ, ਲਿਖਦਿਆਂ ਲਿਖਦਿਆਂ ਦੀਵੇ ਨੂੰ ਫੂਕ ਮਾਰੀ ਤੇ ਕਹਿੰਦਾ ਜਿਉਂ ਦੀਵਾ ਮੋਮਬੱਤੀ ਬੰਦ ਹੋਈ, ਇੰਨਾ ਸੋਹਣਾ ਅਸਮਾਨ ਦਿਖਿਆ। ਮੈਂ ਸਮਝਦਾ ਕਿ ਬੰਦੇ ਦੀ ਇੱਕ ਛੋਟੀ ਜੀ ਚੀਜ਼ ਜਿਹੜੀ ਮੋਮਬੱਤੀ ਵਰਗੀ, ਕਈ ਵਾਰ ਕੁਦਰਤ ਦੇ ਇੰਨੇ ਵੱਡੇ ਨਜ਼ਾਰੇ ਨੂੰ ਲੁਕੋ ਕੇ ਰੱਖ ਦਿੰਦੀ, ਛੁਪਾ ਕੇ ਰੱਖ ਦਿੰਦੀ। ਛੁਪਿਆ ਹੋਇਆ ਸੀ, ਸਮਝ ਨਹੀਂ ਸੀ ਲੱਗਦੀ, ਪਰ ਜਦੋਂ ਦੀਵੇ ਨੂੰ ਫੂਕ ਮਾਰੀ ਫਿਰ ਉਹ ਨਜ਼ਾਰਾ ਦਿਸਿਆ। ਕਈ ਵਾਰ ਸਾਡੀਆਂ ਛੋਟੀਆਂ ਛੋਟੀਆਂ ਚੀਜ਼ਾਂ ਵੱਡੇ ਵੱਡੇ ਪਸਾਰੇ ਦੇ ਅੱਗੇ ਅੜ ਕੇ ਖੜ ਜਾਂਦੀਆਂ। ਸਾਡੀਆਂ ਛੋਟੀਆਂ ਛੋਟੀਆਂ ਸੋਚਾਂ, ਸਾਡੇ ਸਵਾਰਥ, ਸਾਡਾ ਆਪਣੀ ਹਉਮੈ, ਇਹ ਸਾਨੂੰ ਬਹੁਤ ਦੁੱਖ ਦਿੰਦੀ ਹੈ। ਪਰ ਜਦੋਂ ਗੁਰੂ ਕਾ ਸਿੱਖ ਸਮਝ ਜਾਏ, ਆਪਾ ਪਰੇ ਕਰ ਦੇਵੇ,
ਫਿਰ ਉਹਨੂੰ ਪਤਾ ਲੱਗੇਗਾ ਰਾਮ ਕੋ ਬਲ ਪੂਰਨ ਭਾਈ, ਤਾਂ ਤੇ ਬਿਰਥਾ ਨਾ ਵਿਆਪੈ ਕਾਈ। ਫੇਰ ਕਹਿੰਦੇ ਕੋਈ ਬਿਰਥਾ ਦੁੱਖ ਨਹੀਂ ਵਿਆਪਦਾ ਭਾਈ, ਆਏਗਾ ਵੀ ਤੇ ਦੂਰ ਹੋ ਜਾਏਗਾ। ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ, ਜੋ ਜੋ ਚਿਤਵੈ ਦਾਸ ਹਰ ਮਾਈ। ਵਾਹਿਗੁਰੂ ਪਰਮਾਤਮਾ ਦਾ ਦਾਸ ਜੋ ਕੁਝ ਵੀ ਸੋਚਦਾ ਹੈ ਮਨ ਵਿੱਚ, ਹੇ ਮੇਰੀ ਮਾਂ, ਸੋ ਸੋ ਕਰਤਾ ਆਪ ਕਰਾਈ। ਸੋ ਸੋ ਉਹ ਕਰਤਾ ਪੁਰਖ ਵਾਹਿਗੁਰੂ ਆਪ ਕਰਦਾ ਤੇ ਆਪ ਕਰਵਾ ਦਿੰਦਾ। ਨਿੰਦਕ ਕੀ ਪ੍ਰਭ ਪਤ ਗਵਾਈ। ਦਾਸਾਂ ਦੀ ਕੋਈ ਨਿੰਦਾ ਕਰੇ, ਪ੍ਰਭੂ ਉਹਨਾਂ ਨਿੰਦਕਾਂ ਦੀ ਪੱਤ ਆਪੇ ਰੋਲ ਕੇ ਰੱਖ ਦਿੰਦਾ ਹੈ। ਗੁਰਮੁਖਾਂ ਦੀ ਨਿੰਦਾ ਕਰਨ ਵਾਲੇ ਆਪ ਲੋਕਾਂ ਦੇ ਵਿੱਚ ਹਾਸਾ ਬਣ ਕੇ ਰਹਿ ਜਾਂਦੇ ਆ। ਨਾਨਕ ਹਰ ਗੁਣ ਨਿਰਭਉ ਗਾਈ। ਇਸ ਲਈ ਹੈ ਭਾਈ ਵਾਹਿਗੁਰੂ ਦੇ ਗੁਣ ਗਾਓ, ਨਿਰਭਉ ਹੋ ਕੇ, ਬੇਖੌਫ ਹੋ ਕੇ। ਵਾਹਿਗੁਰੂ ਦੇ ਗੁਣਾਂ ਤੋਂ ਕਦੇ ਵੀ ਝਿਜਕੋ ਨਾ, ਕਦੇ ਵੀ ਅੱਕੋ ਨਾ, ਕਦੇ ਵੀ ਥੱਕੋ ਨਾ। ਬਸ ਸਾਸ ਸਾਸ ਸਿਮਰੋ ਗੋਬਿੰਦ ਜਪਦੇ ਰਹੋ। ਉਹਦੇ ਨਾਲ ਇਹ ਲੋਕ ਸੁਖੀਏ, ਪਰਲੋਕ ਸਹੇਲੇ ਹੋ ਜਾਵਣਗੇ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਜਿਤਨੀਆਂ ਸੰਗਤਾਂ ਨੇ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਸੁਣੀ, ਆਪ ਸਭਨਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।